खालिस्तान कमांडो फोर्स है, खालिस्तान जिंदाबाद फोर्स, इंटरनेशनल सिख यूथ फेडरेशन भी ऐड है ਇਹਦੇ ਵਿੱਚ। ਦੱਸੋ पर वो लगता है कि देश की अखंडता ਨੂੰ खतरा पाउणगे, जिवें उन्हां ਨੂੰ लगदा कि हाँ जी किते खालिस्तान बना जाणगे। पहलियां चार मतलब सोचण वाली गल है कि पहलियां सारियां पंजाबी ऑर्गेनाइजेशन है ना जी। मतलब ਆਪਾਂ ਸਿੱਧਾ ਪੁਲਿਸ ਵਾਲਿਆਂ ਨੂੰ ਗਲਤ ਬੋਲ ਦਈਏ ਕਿਤੇ ਵੀ, ਉਹ ਗਲਤ ਨਹੀਂ ਹੁੰਦੇ। ਉਹਨਾਂ ਦੇ ਪਿੱਛੇ ਜਿਹੜੀ ਸਰਕਾਰ ਹੁੰਦੀ ਆ, ਇਹ ਜਿਹੜੀ ਪੋਲੀਟੀਕਲ ਪੁਲਿਸ ਨੈਕਸਸ ਆ ਨਾ, ਇਹ ਸਿਸਟਮ ਨੂੰ ਖਰਾਬ ਕਰਦਾ ਆ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਮੇਰਾ ਅਧਿਕਾਰ ਮੇਰਾ ਮਾਨ ਪ੍ਰੋਗਰਾਮ ਵਿੱਚ ਸਵਾਗਤ ਕਰਦੀ ਹਾਂ। ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖੋ ਵੱਖਰੇ ਅਧਿਕਾਰਾਂ, ਕਾਨੂੰਨਾਂ ਅਤੇ ਐਕਟਾਂ ਬਾਰੇ ਗੱਲਬਾਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ UAPA ਬਾਰੇ ਗੱਲਬਾਤ ਕਰਾਂਗੇ। ਦਰਸ਼ਕੋ, ਤੁਹਾਨੂੰ ਮੈਂ ਦੱਸ ਦਿਆਂ ਕਿ ਇਸ ਐਕਟ ਦੇ ਵਿੱਚ 53 ਧਾਰਾਵਾਂ ਹੁੰਦੀਆਂ ਨੇ। ਬੇਸ਼ੱਕ ਇਸ ਐਕਟ ਦੇ ਵਿੱਚ 53 ਧਾਰਾਵਾਂ ਨੇ, ਪਰ ਇਹ ਐਕਟ ਲੋਕਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪਾ ਰਿਹਾ ਹੈ। ਇੱਕ ਪ੍ਰੋਗਰਾਮ ਦੇ ਵਿੱਚ ਇਸ ਐਕਟ ਨੂੰ ਸਮੇਟਣਾ ਬਹੁਤ ਮੁਸ਼ਕਿਲ ਹੈ, ਇਸ ਲਈ ਇਸ ਨੂੰ ਅਸੀਂ ਭਾਗਾਂ ਦੇ ਵਿੱਚ ਦਿਖਾਵਾਂਗੇ। ਦਰਸ਼ਕੋ, ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ UAPA ਐਕਟ ਹੈ ਇਹ 1963 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਇਆ ਸੀ ਤੇ 30 ਦਸੰਬਰ 1967 ਨੂੰ ਰਾਸ਼ਟਰਪਤੀ ਨੇ ਇਸ ਦੇ ਉੱਤੇ ਮੋਹਰ ਲਗਾਈ ਸੀ ਤੇ ਇਹ ਐਕਟ ਬਣਿਆ ਸੀ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ UAPA ਬਾਰੇ ਗੱਲਬਾਤ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਹਾਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਕੋਲ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਮੈਡਮ, ਏਕਮ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਜੀ ਮੈਡਮ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ UAPA ਐਕਟ ਹੈ ਕੀ ਹੈ ਤੇ ਇਸ ਨੂੰ ਲੈ ਕੇ ਆਉਣ ਦੀ ਲੋੜ ਸਰਕਾਰ ਨੂੰ ਕਿਉਂ ਮਹਿਸੂਸ ਹੋਈ ਸੀ? ਜਿਹੜਾ UAPA ਹੈਗਾ ਆ, ਮੈਂ ਬੇਅਰ ਐਕਟ ਕੋਲੇ ਫੜਿਆ ਹੋਇਆ, ਇਹਦਾ ਨਾਂ ਹੈਗਾ ਆ ਦੀ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਜੀ। ਅਨਲੌਫੁਲ ਐਕਟੀਵਿਟੀਜ਼ ਕੋਈ ਵੀ ਐਕਟੀਵਿਟੀ ਜਿਹੜੀ ਕਿ ਕਾਨੂੰਨ ਦੇ ਅਗੇਂਸਟ ਆ, ਜਿਹੜੀ ਇਲੀਗਲ ਆ, ਉਹਨਾਂ ਨੂੰ ਰੋਕਣ ਲਈ। ਹੁਣ ਗੱਲ ਇਹ ਆਉਂਦੀ ਆ ਕਿ ਜੇ ਇਲੀਗਲ ਨੂੰ, ਜਿਵੇਂ ਤੁਸੀਂ ਸਵਾਲ ਪੁੱਛਿਆ ਵੀ ਲਿਆਉਣ ਦੀ ਲੋੜ ਕਿਉਂ ਪਈ, ਵੀ ਜਿਹੜੀਆਂ ਚੀਜ਼ਾਂ ਇਲੀਗਲ ਆ ਉਹਨਾਂ ਨੂੰ ਡੀਲ ਕਰਨ ਲਈ ਤਾਂ IPC ਤੇ ਹੋਰ ਲਾਜ਼ ਹੈਗੇ ਨੇ, ਪਰ ਬੇਸਿਕਲੀ ਇਹ ਕਿਹੜੀਆਂ ਐਕਟੀਵਿਟੀਜ਼ ਦੀ ਗੱਲ ਕਰਦਾ, ਜਿਹੜੀਆਂ ਐਕਟੀਵਿਟੀਜ਼ ਸਾਨੂੰ ਸਾਡੀਆਂ ਐਜ਼ ਆ ਫੰਡਾਮੈਂਟਲ ਰਾਈਟ ਆਰਟੀਕਲ 19 ਵੱਲੋਂ ਦਿੱਤੀਆਂ ਗਈਆਂ ਨੇ। ਜਿਹੜਾ ਸੰਵਿਧਾਨ ਦੀ ਧਾਰਾ 19 ਆ ਜੀ, ਉਹ ਸਾਨੂੰ ਸਾਡੀ ਫਰੀडम ਆਫ ਐਕਸਪ੍ਰੈਸ਼ਨ ਦੀ ਦਿੰਦੀ ਆ, ਅਸੈਂਬਲੀ ਕਰਨ ਦੀ ਦਿੰਦੀ ਆ, ਕਿਤੇ ਵੀ ਐਸੋਸੀਏਸ਼ਨ ਬਣਾਉਣ ਦੀ ਆ, ਉਹਦੀ ਆਜ਼ਾਦੀ ਦਿੰਦੀ ਆ ਜੀ। ਤੇ ਜਿਹੜੀਆਂ ਸਾਡੀ ਆਜ਼ਾਦੀ ਆ, ਇਹ ਜਿਹੜਾ ਆਰਟੀਕਲ 19 ਵੀ ਹੈਗਾ, ਉਹਦੇ ਵਿੱਚ ਵੀ ਲਿਖਿਆ ਕਿ ਰੀਜ਼ਨੇਬਲ ਰਿਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਨੇ ਉਹ ਇੰਪੋਜ਼ ਕੀਤੀਆਂ ਜਾ ਸਕਦੀਆਂ ਨੇ ਜੀ। ਪਰ ਉਹ ਰੀਜ਼ਨੇਬਲ ਰਿਸਟ੍ਰਿਕਸ਼ਨ ਕਿਹੜੀਆਂ ਨੇ ਜੀ? ਠੀਕ ਆ, ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਸੀ, ਬਾਰ-ਬਾਰ ਇਸ ਚੀਜ਼ ਦੇ ਉੱਤੇ ਇਸ਼ੂ ਉੱਠਦੇ ਹੁੰਦੇ ਸੀਗੇ। ਫਿਰ ਕਿਉਂਕਿ ਇੰਡੀਆ ਨੂੰ ਇਕੱਠਾ ਕਰਨ ਦੀ ਖਾਤਰ ਬਹੁਤ ਸਾਰੇ ਜਿਹੜੇ ਸਟੇਟਸ ਸੀਗੇ, ਜਾਂ ਇਹ ਕਹਿ ਲਓ ਬਹੁਤ ਸਾਰੀਆਂ ਕੌਮਾਂ, ਭਾਸ਼ਾਵਾਂ ਤੇ ਵੰਡੇ ਹੋਏ ਅੱਡ ਜਿਹੜੀਆਂ ਪ੍ਰਿੰਸਲੀ ਸਟੇਟਸ ਲਾ ਲਓ ਜਾਂ ਹੋਰ ਜਿਹੜੇ ਸੂਬੇ ਸੀ, ਸਾਰਿਆਂ ਨੂੰ ਇਕੱਠੇ ਕਰਕੇ ਇੱਕ ਯੂਨੀਅਨ ਬਣਾਈ ਗਈ ਸੀਗੀ ਜੀ। ਇੰਡੀਆ ਨੂੰ ਇਸੇ ਲਈ, ਇੰਡੀਆ ਨੂੰ ਕਦੇ ਵੀ ਇੱਕ ਨੇਸ਼ਨ ਨਹੀਂ ਬੋਲਿਆ ਜਾਂਦਾ ਹੈਗਾ, ਉਹ ਸਾਡੇ ਉੱਤੇ ਥੋਪਿਆ ਜਾਂਦਾ ਹੈ। ਇੰਡੀਆ ਇੱਕ ਯੂਨੀਅਨ ਆ ਜੀ, ਠੀਕ ਆ, ਯੂਨੀਅਨ ਆਫ ਸਟੇਟਸ ਆ ਜੀ। ਇਸੇ ਲਈ ਇੰਡੀਆ ਦਾ ਪੂਰਾ ਨਾਮ ਜਿਹੜਾ ਹੈਗਾ ਉਹ ਯੂਨੀਅਨ ਆਫ ਇੰਡੀਆ ਆ ਜੀ, ਠੀਕ ਹੈ। ਇਟ ਇਜ਼ ਨਾਟ ਓਨਲੀ ਇੰਡੀਆ। ਆਪਣੇ ਆਪਾਂ ਇਸ ਚੀਜ਼ ਨੂੰ ਨਾ ਲੋਕ ਸਮਝਣ ਦੀ ਕੋਸ਼ਿਸ਼ ਕਰਦੇ, ਸਾਡੇ ਸੰਵਿਧਾਨ ਦੇ ਵਿੱਚ ਵੀ ਭਾਰਤੀ ਸੰਘ ਆ ਸਾਡਾ ਨਾਮ ਜੀ, ਇਹ ਇਕੱਲਾ ਭਾਰਤ ਨਹੀਂ ਹੈਗਾ ਜੀ, ਠੀਕ ਆ। ਇੱਥੇ ਸਾਡੀ ਜਿਹੜੀ ਹੈਗੀ ਆ, ਤੇ ਉਹ ਕੀ ਆ ਕਿ ਜਦੋਂ ਅੱਡ-ਅੱਡ ਸੂਬਿਆਂ ਦੇ ਵਿੱਚੋਂ ਅੱਡ ਹੋਣ ਦੀਆਂ ਮੰਗਾਂ, ਉਸ ਸਮੇਂ ਪੰਜਾਬ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ, ਕਸ਼ਮੀਰ ਦਾ ਪਹਿਲਾਂ ਹੀ ਮੁੱਦਾ ਭਖ ਰਿਹਾ ਸੀ, ਫਿਰ ਬੰਗਾਲ ਵਾਲਾ ਇਸ਼ੂ ਵੀ ਉੱਠਿਆ ਹੋਇਆ ਸੀਗਾ, ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਆ, ਉਹ 71 ਦੇ ਵਿੱਚ ਜਾ ਕੇ ਸੌਟ ਆਊਟ ਹੁੰਦਾ ਆ ਜਦੋਂ ਬੰਗਲਾਦੇਸ਼ ਬਣ ਜਾਂਦਾ ਆ। ਫਿਰ ਉਦੋਂ ਬਾਅਦ ਨਾਰਥ ਈਸਟ 'ਚ ਹੈਗਾ ਆ, ਤਾਮਿਲਨਾਡੂ ਦੇ ਵਿੱਚ, ਤੇਲੰਗਾਨਾ ਦੇ ਅੱਡ, ਸੋ ਸਾਊਥ ਦੇ ਵਿੱਚ ਵੀ। ਸੋ ਇੱਕ ਮੱਧ ਭਾਰਤ ਨੂੰ ਛੱਡ ਕੇ ਸਾਰੇ ਭਾਰਤ ਦੇ ਵਿੱਚੋਂ ਅੱਡ-ਅੱਡ ਆਵਾਜ਼ਾਂ ਉੱਠਦੀਆਂ ਸੀਗੀਆਂ। ਕਾਰਨ ਕੀ ਸੀ ਕਿ ਕੇਂਦਰ ਆਪਣੇ ਆਪ ਨੂੰ ਮਜ਼ਬੂਤ ਜ਼ਿਆਦਾ ਬਣਾਉਣਾ ਚਾਹੁੰਦਾ ਸੀਗਾ ਕਿ ਜਿਹੜੀਆਂ ਸੈਂਟਰ ਹੈਗਾ, ਜਿਹੜੀਆਂ ਸਟੇਟਸ ਨੇ, ਉਹਨਾਂ ਨੂੰ ਪਾਵਰਸ ਜ਼ਿਆਦਾ ਦੀ ਡਿਮਾਂਡ ਚੱਲ ਰਹੀ ਸੀ। ਕਿਉਂਕਿ ਆਪਣਾ ਇੱਕ ਫੈਡਰਲ ਸਟਰਕਚਰ ਆ। ਇਸ ਸਮੇਂ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਤਾਂ ਉਹ ਤੌਰ ਤਰੀਕੇ ਲੱਭਦੀ ਹੈ, ਸੈਂਟਰ ਗਵਰਨਮੈਂਟ ਦੀ ਹਮੇਸ਼ਾ ਰਹਿੰਦੀ ਹੈ ਕਿ ਅਸੀਂ ਮਜ਼ਬੂਤ ਰਹੀਏ, ਅਸੀਂ ਸੈਂਟਰ 'ਚ ਰਹੀਏ ਜੀ। ਸੋ ਇਹੋ ਜਿਹੀਆਂ ਚੀਜ਼ਾਂ ਦੇ ਕਰਕੇ ਜਾਂ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਸੀ, ਉਹਨਾਂ ਨੂੰ ਦੱਬਣ ਦੀ ਖਾਤਰ, ਇੱਕ ਸਹੀ ਤਰੀਕੇ ਨਾਲ ਰਿਸਟ੍ਰਿਕਸ਼ਨਸ ਲਾਉਣ ਦੀ ਖਾਤਰ, ਤੇ ਸ਼ਾਇਦ ਪੋਜ਼ਿਟਿਵ ਵੇ ਦੀ ਖਾਤਰ ਇਹ ਲਾਅ ਬਣਿਆ ਜੀ, ਜਿਹਨੂੰ ਮੈਂ ਪੜ੍ਹਿਆ ਵੀ ਆ, ਜਿਹਦੇ ਵਿੱਚ ਦੇਖਿਆ। ਤਾਂ ਹੀ ਮੈਂ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਆਪਾਂ ਇਹਨੂੰ ਇੱਕ ਜਿਹੜਾ ਹੈਗਾ ਐਪੀਸੋਡ ਦੇ ਵਿੱਚ ਨਾ ਕਰੀਏ। ਕਿਉਂਕਿ ਇਹਦਾ ਜਿਹੜਾ ਅਸਰ ਆ ਲੋਕਾਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਪੈਂਦਾ, ਕਿਉਂਕਿ ਇਹ ਉਹ ਕਾਨੂੰਨ ਆ, ਦੇਖੋ ਅੱਡ-ਅੱਡ ਕਾਨੂੰਨ ਬਣਦੇ, ਆਪਾਂ ਗੱਲ ਕਰਦੇ ਆ ਹਨਾ, 376 ਉਹ ਸਿਰਫ ਇੱਕ ਮੁੰਡਾ ਤੇ ਕੁੜੀ ਤੇ ਅਸਰ ਕਰਦਾ ਜਦੋਂ ਕੁੜੀ ਉਹਦੀ ਦੁਰਵਰਤੋਂ ਕਰਦੀ ਹੈ, ਜਾਂ ਵਿਆਹ ਦੇ ਕਾਨੂੰਨ ਆ ਉਹ ਇੱਕ ਪਰਿਵਾਰ ਦੇ ਉੱਤੇ ਅਸਰ ਪੈਂਦਾ ਹੈ, ਠੀਕ।
ਜੇ SC ST ਐਕਟ ਦੀ ਗੱਲ ਕਰ ਲਈਏ ਜਾਂ ਫਿਰ 295 ਦੀ ਗੱਲ ਕਰ ਲਈਏ, ਉਸ ਚੀਜ਼ ਦਾ ਅਸਰ ਉਹ ਇੱਕ ਕਮਿਊਨਿਟੀ ਨਾਲ ਰਿਲੇਟਡ ਰਹਿ ਜਾਂਦਾ ਆ। ਪਰ ਜੇ ਆਪਾਂ UAPA ਦੀ ਗੱਲ ਕਰੀਏ, ਇਹਦੀ ਦੁਰਵਰਤੋਂ ਪ੍ਰਸ਼ਾਸਨ ਜਾਂ ਮੌਜੂਦਾ ਜਿਹੜੀ ਵੀ ਸਰਕਾਰ ਹੁੰਦੀ ਆ ਉਹਦੇ ਵੱਲੋਂ ਲੋਕਾਂ ਦੇ ਵਿੱਚ ਟੈਰਰ ਕ੍ਰੀਏਟ ਕਰਨ ਲਈ ਦੁਰਵਰਤੋਂ ਦੀ ਗੱਲ ਕਰ ਰਹੀ ਹਾਂ। ਇਹਦੀ ਵਰਤੋਂ ਸਹੀ ਤਰੀਕੇ ਨਾਲ ਹੋ ਸਕਦੀ ਆ ਜੀ, ਠੀਕ ਆ, ਔਰ ਹੁੰਦੀ ਵੀ ਆ, ਪਰ ਇਹਦੀ ਦੁਰਵਰਤੋਂ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ, ਜਿਹਦੇ ਕਰਕੇ ਮੈਕਸਿਮਮ ਜਿਹੜੀਆਂ ਕੋਰਟ ਦੇ ਵਿੱਚੋਂ ਆ, ਜਿਨ੍ਹਾਂ ਲੋਕਾਂ ਦੇ ਉੱਤੇ ਇਹ ਲੱਗਿਆ ਉਹਨਾਂ ਦੇ ਵਿੱਚੋਂ ਮਤਲਬ ਮੈਂ ਕਹਿੰਦੀ ਹਾਂ ਇਕੱਲਾ ਹੀ ਐਕਟ ਹੋਊਗਾ ਜਿਹਦੇ ਵਿੱਚ 75% ਦੇ ਨੇੜੇ ਲੋਕਾਂ ਨੂੰ ਬਾਅਦ ਵਿੱਚ ਰਿਹਾਈ ਮਿਲੀ ਆ, ਉਹ ਬਰੀ ਹੋਏ ਨੇ। ਸੋ ਇਸੇ ਕਰਕੇ ਕਿਉਂਕਿ ਸਟੇਟ ਮਸ਼ੀਨਰੀ ਵੱਲੋਂ ਇਹਦਾ ਮਿਸਯੂਜ਼ ਹੁੰਦਾ ਆ। ਜੀ, ਇਹ ਤਾਂ ਗੱਲ ਕਰ ਲਈ ਆਪਾਂ ਇਸ ਐਕਟ ਦੇ ਬਾਰੇ ਵਿੱਚ ਕਿ ਅਸਲ ਦੇ ਵਿੱਚ ਇਹਨੂੰ ਲਿਆਉਣ ਦੀ ਲੋੜ ਕਿਉਂ ਪੈ ਗਈ ਸੀਗੀ। ਇਸ ਦੇ ਵਿੱਚ ਆਪਾਂ ਪਹਿਲਾਂ ਜਿਵੇਂ ਗੱਲ ਕੀਤੀ ਸੀ ਕਿ 53 ਧਾਰਾਵਾਂ ਨੇ, ਇਹਨਾਂ ਬਾਰੇ ਸਾਰਿਆਂ ਬਾਰੇ ਗੱਲ ਕਰਨਾ ਬਹੁਤ ਮੁਸ਼ਕਿਲ ਹੈ। ਕੁਝ ਕੁ ਧਾਰਾਵਾਂ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਕੁਝ ਕੁ ਧਾਰਾਵਾਂ ਦੇ ਵਿੱਚੋਂ ਦੇਖੋ, ਇਹਦੇ ਵਿੱਚ ਨਾ ਜਿਹੜਾ ਇਹਦਾ ਨਾ ਸੈਕਸ਼ਨ 3 ਆ ਜੀ, ਉਹ ਹੈਗਾ ਮੇਨ। ਉਹ ਜਿਹੜਾ ਸੈਕਸ਼ਨ 3 ਆ ਉਹ ਜਿਹੜੀ ਕੇਂਦਰ ਸਰਕਾਰ ਆ ਉਹਨੂੰ ਪਾਵਰ ਦਿੰਦਾ ਆ ਕਿ ਜੇ ਕੇਂਦਰ ਸਰਕਾਰ ਨੂੰ ਲੱਗਦਾ ਆ ਵੀ ਕੋਈ ਵੀ ਜਿਹੜੀ ਐਸੋਸੀਏਸ਼ਨ ਆ ਜੀ, ਮਤਲਬ ਕੋਈ ਆਰਗੇਨਾਈਜੇਸ਼ਨ ਆ, ਕੋਈ NGO ਆ, ਕੋਈ ਵੀ ਚੀਜ਼ ਹੈ ਨਾ, ਕੋਈ ਐਸੋਸੀਏਸ਼ਨ ਬਣੀ ਹੈ, ਚਾਹੇ ਉਹ ਕਿਸੇ ਦੀ ਵੈਲਫੇਅਰ ਨੂੰ ਮਿਲੀ ਆ ਜਾਂ ਕਿਸੇ ਧਾਰਮਿਕ ਐਸੋਸੀਏਸ਼ਨ ਆ ਜਾਂ ਸਮਾਜਿਕ ਐਸੋਸੀਏਸ਼ਨ ਆ, ਕੋਈ ਵੀ ਆ, ਉਹਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਜੀ, ਉਹ ਦੇਸ਼ ਦੀ ਇੰਟੀਗ੍ਰਿਟੀ ਤੇ ਸੋਵਰੇਨਿਟੀ ਲਈ ਖਤਰਾ ਆ। ਜੀ, ਠੀਕ ਹੈ, ਇੰਟੀਗ੍ਰਿਟੀ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਕਿ ਇੰਡੀਆ ਇੱਕ ਯੂਨੀਅਨ ਆ ਤੇ ਅੱਡ ਹੋਣ ਦੀਆਂ ਵੱਖ-ਵੱਖ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਨੇ ਤੇ ਉਹਨਾਂ ਨੂੰ ਦੱਬਣ। ਭਾਰਤ ਨੂੰ ਆਪਾਂ ਅਖੰਡ ਭਾਰਤ ਦੀ ਗੱਲ ਕਰਦੇ ਆ ਨਾ ਜੀ, ਭਾਰਤ ਇੱਕ ਸੰਘ ਆ ਤੇ ਉਹ ਸੰਘ ਨੂੰ ਬਚਾਈ ਰੱਖਣ ਦੀ ਖਾਤਰ ਜਿਹੜਾ ਹੈਗਾ ਆ ਉਹ ਉਸ ਚੀਜ਼ ਨੂੰ ਬੋਲਦੇ ਕਿ ਅਸੀਂ ਇਹਦੀ ਇੰਟੀਗ੍ਰਿਟੀ ਬਣਾਈ ਰੱਖੀਏ, ਇਹਦੀ ਸੋਵਰੇਨਿਟੀ ਆ ਜਿਹੜੀ ਇਹਦੀ ਆਜ਼ਾਦੀ ਆ ਉਹ ਚੀਜ਼ ਨੂੰ ਬਚਾਈ ਰੱਖੀਏ। ਤਾਂ ਉਸ ਚੀਜ਼ ਨੂੰ ਜਿਹੜੀ ਬਚਾਉਣ ਦੇ ਲਈ ਜੇ ਕੋਈ ਲੱਗਦਾ ਆ ਕਿ ਕੋਈ ਐਸੋਸੀਏਸ਼ਨ, ਅਸਲ ਦੇ ਵਿੱਚ ਇਹੀ ਲਿਖਿਆ ਨਾ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਦਿਖਦੀ ਆ, ਤਾਂ ਉਸ ਐਸੋਸੀਏਸ਼ਨ ਨੂੰ ਉਹ ਅਨਲੌਫੁਲ ਐਸੋਸੀਏਸ਼ਨ ਘੋਸ਼ਿਤ ਕਰ ਸਕਦੇ। ਇਹਦੇ ਵਿੱਚ ਦੋ ਤਰ੍ਹਾਂ ਦੀਆਂ ਨੇ, ਇੱਕ ਟੈਰਰਿਸਟ ਆਰਗੇਨਾਈਜੇਸ਼ਨ, ਇੱਕ ਅਨਲੌਫੁਲ ਐਸੋਸੀਏਸ਼ਨ। ਠੀਕ ਹੈ, ਜਿਵੇਂ ਆਪਾਂ ਬਾਬਰੀ ਮਸਜਿਦ ਦਾ ਕੇਸ ਹੁੰਦਾ ਹੈ ਤਾਂ ਬਜਰੰਗ ਦਲ ਨੂੰ ਬੈਨ ਕਰ ਦਿੱਤਾ ਗਿਆ ਸੀ ਇਹ ਕਹਿ ਕੇ ਕਿ ਇਹ ਅਨਲੌਫੁਲ ਐਸੋਸੀਏਸ਼ਨ ਜੀ। ਠੀਕ ਹੈ, ਤੇ ਜਿਵੇਂ ਆਪਾਂ ਗੱਲ ਕਰ ਲਈਏ ਜਿਹੜੀ ਆਪਣੇ ਇੱਥੇ ਖਾਲਿਸਤਾਨ ਫੋਰਸ ਸੀਗੀ ਜਿਹੜੀ ਸਕੈਡਿਊਲ ਬੰਦ, ਖਾਲਿਸਤਾਨ ਬੱਬਰ ਖਾਲਸਾ ਇੰਟਰਨੈਸ਼ਨਲ ਹੋ ਗਈ ਜਾਂ ਹੋਰ ਜਿਹੜੀਆਂ ਹੈਗੀਆਂ ਨੇ, ਮੈਂ ਪੜ੍ਹ ਕੇ ਸੁਣਾ ਦਾਂਗੀ, ਉਹਨਾਂ ਦੇ ਨਾਮ ਹੈਗੇ ਆ। ਉਹ ਜਿਹੜੀਆਂ ਆਰਗੇਨਾਈਜੇਸ਼ਨ ਸੀ ਉਹਨਾਂ ਨੂੰ ਇਹਨਾਂ ਨੇ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਹੈਗਾ ਘੋਸ਼ਿਤ ਕੀਤਾ ਜੀ ਇਹਦੇ ਵਿੱਚ। ਠੀਕ ਹੈ, ਜਿਹੜੀ 2019 ਚ ਸੋਧ ਕੀਤੀ ਇਹਨਾਂ ਨੇ, ਕੁਛ ਬੰਦੇ ਜਿਨ੍ਹਾਂ ਨੂੰ ਟੈਰਰਿਸਟ ਘੋਸ਼ਿਤ ਕੀਤਾ ਉਹਨਾਂ ਦੇ ਨਾਮ ਵੀ ਐਡ ਕੀਤੇ ਕਿਉਂਕਿ ਉਹਦੇ ਵਿੱਚ ਨਵੀਂ ਚੀਜ਼ ਉਹ ਆਪਾਂ ਅਗਲੀ ਗੱਲ ਕਰਦੇ ਹਾਂ। ਠੀਕ ਹੈ, ਸੋ ਉਹਦੇ ਵਿੱਚ ਕੀ ਆ ਕਿ ਕੋਈ ਵੀ ਸੈਂਟਰ ਗਵਰਨਮੈਂਟ ਉਹ ਇੱਕ ਜਿਹੜਾ ਆਫੀਸ਼ੀਅਲ ਗਵਰਨਮੈਂਟ ਦੀ ਗੈਜ਼ਟ ਹੁੰਦਾ ਆ ਉਹਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਸੇ ਵੀ ਐਸੋਸੀਏਸ਼ਨ ਨੂੰ ਅਨਲੌਫੁਲ ਡਿਕਲੇਅਰ ਕਰ ਸਕਦੀ ਆ। ਪਰ ਉਹਦੇ ਉੱਤੇ 30 ਦਿਨਾਂ ਦੇ ਵਿੱਚ ਜਿਹੜੀ ਵੀ ਸਪੈਸ਼ਲ ਟ੍ਰਿਬਿਊਨਲ ਹੋਊਗੀ ਜਾਂ ਕੋਰਟ ਹੋਊਗੀ, ਠੀਕ ਹੈ, ਉਹਨੂੰ ਉਹਦੇ ਉੱਤੇ ਕਨਫਰਮ ਕਰਕੇ ਆਰਡਰ ਪਾਉਣਾ ਪਊਗਾ। ਉਹਦਾ ਵੀ ਅੱਗੇ ਪ੍ਰੋਸੀਜਰ ਦਿੱਤਾ ਹੋਇਆ ਸੈਕਸ਼ਨ 4 ਤੋਂ ਬਾਅਦ। ਉਹਦੇ ਵਿੱਚ ਕੀ ਦਿੱਤਾ ਆ ਕਿ 30 ਦਿਨਾਂ ਦੇ ਅੰਦਰ ਅੰਦਰ ਜੇ ਮਤਲਬ ਉਹ ਨਾਲ ਅਫੈਕਟ ਦੇ ਵਿੱਚ ਨਹੀਂ ਆ ਜਾਊਗਾ ਜੀ। ਠੀਕ ਹੈ, ਇਹਦੇ ਵਿੱਚ ਦੋ ਚੀਜ਼ਾਂ ਨੇ, ਅਨਲੌਫੁਲ ਐਕਟੀਵਿਟੀ ਵਾਲੀ ਜਿਹੜੀ ਵੀ ਅਨਲੌਫੁਲ ਐਸੋਸੀਏਸ਼ਨ ਨੇ ਡਿਕਲੇਅਰ ਕਰਤਾ XYZ ਕਿਸੇ ਵੀ ਐਸੋਸੀਏਸ਼ਨ ਨੂੰ ਜੀ, ਉਹ ਉਦੋਂ ਹੀ ਇਫੈਕਟ ਦੇ ਵਿੱਚ ਨਹੀਂ ਆ ਜਾਊਗੀ ਜਿੱਦਣ ਨੋਟੀਫਿਕੇਸ਼ਨ ਕੀਤਾ। ਉਹ ਇਫੈਕਟ ਦੇ ਵਿੱਚ ਉਦੋਂ ਹੀ ਸਿਰਫ ਉਦੋਂ ਆਉਂਦੀ ਆ ਜਦੋਂ ਮਤਲਬ ਗਵਰਨਮੈਂਟ ਕੋਈ ਸਪੈਸੀਫਿਕ ਰੀਜ਼ਨ ਦਿੰਦੀ ਆ ਕਿ ਇਹ ਦੇਸ਼ ਦੀ ਅਖੰਡਤਾ, ਜਿਵੇਂ ਮੈਂ ਤੁਹਾਨੂੰ ਬਾਬਰੀ ਮਸਜਿਦ ਦੇ ਟਾਈਮ ਬਜਰੰਗ ਦਲ ਨੂੰ ਕਰਤਾ ਔਰ ਇਮੀਡੀਏਟ ਉਸ ਚੀਜ਼ ਦੇ ਉੱਤੇ ਅਸਰ ਹੋ ਸਕਦਾ, ਮੈਂ ਜਿਵੇਂ ਤੁਹਾਨੂੰ ਕਿਹਾ ਹੈ। ਠੀਕ ਆ, ਹੁਣ ਉਹਨਾਂ ਨੇ ਕਰਤਾ, ਜਦੋਂ ਸਰਕਾਰ ਇਹ ਚੀਜ਼ ਕਰੂਗੀ ਤਾਂ ਸਰਕਾਰ ਨੂੰ ਰੀਜ਼ਨ ਦੇਣੇ ਪੈਣਗੇ। ਐ ਹੀ ਨਹੀਂ ਵੀ ਚੱਕ ਕੇ ਜੀ ਮੈਂ ਆਰਗੇਨਾਈਜੇਸ਼ਨ ਆ ਤੇ ਆਪਣੀ ਦੁਸ਼ਮਣੀ ਕੱਢਣ ਦੀ ਖਾਤਰ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਅਨਲੌਫੁਲ ਡਿਕਲੇਅਰ ਕਰਨਗੇ, ਨਹੀਂ, ਉਹਨੂੰ ਰੀਜ਼ਨਸ ਦੇਣੇ ਪੈਣਗੇ। ਤੇ ਉਹ ਰੀਜ਼ਨ ਦਿੱਤੇ ਆ, ਉਦੋਂ ਬਾਅਦ ਵਿੱਚ ਇੱਕ ਟ੍ਰਿਬਿਊਨਲ ਹੋਊਗੀ ਜਿਹੜੀ ਕੋਰਟ ਆ, ਠੀਕ ਆ, ਉਹ ਉਹਨੂੰ ਕਨਫਰਮ ਕਰੇਗੀ। ਕਨਫਰਮ ਕਰਨ ਤੋਂ ਪਹਿਲਾਂ ਜਿਹੜੀਆਂ ਉਸ ਐਸੋਸੀਏਸ਼ਨ ਦੇ ਆਫਿਸ ਬੀਅਰਰ ਹੋਣਗੇ ਉਹਨਾਂ ਨੂੰ ਉਹਦੇ ਵਿੱਚ ਸਮਨਿੰਗ ਕਰਕੇ, ਜਿਵੇਂ ਇੱਕ ਸਿਵਲ ਕੋਰਟ ਕਰਦੀ, ਉਹਨਾਂ ਨੂੰ ਸਮਨਿੰਗ ਕਰਕੇ ਉਹਨਾਂ ਨੂੰ ਦੱਸਿਆ ਜਾਊਗਾ ਕਿ ਤੁਸੀਂ ਕਾਜ਼ ਸ਼ੋ ਕਰੋ ਵੀ ਤੁਹਾਨੂੰ ਇਹਨਾਂ ਨੇ ਅਨਲੌਫੁਲ ਡਿਕਲੇਅਰ ਕੀਤਾ, ਰੀਜ਼ਨ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਅਨਲੌਫੁਲ ਕਿਉਂ ਨਹੀਂ ਹੈਗੇ ਜੀ। ਜੇ ਕੋਰਟ ਨੂੰ ਲੱਗੂਗਾ ਕਿ ਉਹ ਅਨਲੌਫੁਲ ਨਹੀਂ ਹੈਗੀ ਤਾਂ ਉਹ ਉਹਨੂੰ ਖਾਰਜ ਕਰ ਦੂ ਨੋਟੀਫਿਕੇਸ਼ਨ ਨੂੰ, ਤੇ ਜੋ ਕੋਰਟ ਦਾ ਡਿਸੀਜਨ ਆ ਉਹ ਮੰਨਿਆ ਜਾਊਗਾ। ਜੇ
ਕੋਰਟ ਨੂੰ ਲੱਗਦਾ ਆ ਜੀ। ਕਿ ਇਹਦਾ ਡਿਸੀਜਨ ਵੀ ਕੋਰਟ ਵੀ ਉਸ ਚੀਜ਼ ਨੂੰ ਲੈ ਕੇ ਕਨਫਿਊਜ਼ ਆ, ਤਾਂ ਕੋਰਟ ਉਸ ਚੀਜ਼ ਦੇ ਉੱਤੇ ਵਿਦਿਨ ਨੈਕਸਟ ਮਤਲਬ ਪਹਿਲੇ 30 ਡੇਜ਼ ਦੇ ਵਿੱਚ ਇਦਾਂ ਹੋਊਗਾ ਹਨਾ ਜੀ। ਕਿ ਕੋਰਟ ਬੁਲਾਉਣੀ ਪਊਗੀ, ਆਰਡਰ ਕਨਫਰਮ ਜੇ ਨਹੀਂ ਹੁੰਦਾ ਤਾਂ ਨੈਕਸਟ 30 ਡੇਜ਼ ਦੇ ਵਿੱਚ ਜਿਹੜੀ ਹੈਗੀ ਆ ਸੋ ਕੋਜ਼ ਮੋਸ਼ਨ ਐਂਡ ਆਲ ਉਹ ਸਾਰਾ ਕੁਝ ਹੋਊਗਾ। ਫਿਰ ਉਦੋਂ ਅੱਗੇ ਅਗਲੇ ਦੇ ਵਿੱਚ ਵਿਦਿਨ ਮਤਲਬ ਉਹ ਡੇਟ ਜਿੱਦਣ ਨੋਟੀਫਿਕੇਸ਼ਨ ਜਾਰੀ ਕੀਤੀ ਆ ਉਦਣ ਤੋਂ ਲੈ ਕੇ ਵਿਦਿਨ 6 ਮੰਥ ਜਿਹੜਾ ਹੈਗਾ ਆ ਉਹ ਇੱਕ ਇਨਵੈਸਟੀਗੇਟਿੰਗ ਏਜੰਸੀ ਬਣਾਈ ਜਾਊਗੀ। ਉਹ ਜਿਹਦੇ ਜਿਹੜੇ ਮੈਂਬਰ ਹੋਊਗਾ ਉਹ ਹਾਈ ਕੋਰਟ ਦੇ ਜੱਜ ਦੀਆਂ ਪਾਵਰ ਰੱਖਦਾ ਜਾਂ ਕੁਆਲੀਫਾਈ ਕਰਦਾ ਹੋਵੇ ਹਾਈ ਕੋਰਟ ਦਾ ਜੱਜ ਉਹੀ ਬਣ ਸਕਦਾ ਆ। ਠੀਕ ਆ, ਉਹ ਫਿਰ ਦੱਸੇਗਾ ਕਿ ਉਹ ਇਨਵੈਸਟੀਗੇਸ਼ਨ ਹੋਏਗੀ ਕਿ ਹਾਂ ਇਹਨੂੰ ਮਤਲਬ ਅਨਲੌਫੁਲ ਡਿਕਲੇਅਰ ਕਰਨਾ ਨਹੀਂ ਕਰਨਾ ਐਂਡ ਆਲ ਇਸ ਚੀਜ਼ ਦੇ ਉੱਤੇ ਹੈਗਾ ਆ। ਇਹ ਇਹਦਾ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਆ ਐਕਟ ਹੈਗਾ ਆ ਸੈਕਸ਼ਨ ਹੈਗਾ ਆ ਜੀ। ਦਰਸ਼ਕੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਹੈ ਤੁਹਾਨੂੰ ਸੈਕਸ਼ਨ 3 ਬਾਰੇ ਦੱਸਿਆ ਹੈਗਾ ਆ। ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਸੈਕਸ਼ਨ ਬਾਰੇ ਵਿਸਥਾਰਪੂਰਵਕ ਗੱਲ ਕਰਾਂਗੇ। ਤੇ ਹੁਣ ਮੈਂ ਸਿਮਰਨਜੀਤ ਕੌਰ ਸਾਨੂੰ ਇਹ ਦੱਸੋ ਕਿ ਤਾਂ ਆਪਾਂ ਗੱਲ ਕਰ ਲਈ ਕਿ ਇਹਦੇ ਇੱਕ ਸੈਕਸ਼ਨ ਬਾਰੇ, ਹੁਣ ਆਪਾਂ ਗੱਲ ਕਰੀਏ ਇਹਦੀ ਸੋਧਾਂ ਦੀ। ਜਦੋਂ 1967 ਦੇ ਵਿੱਚ ਬਣਿਆ ਸੀ ਉਸ ਤੋਂ ਬਾਅਦ ਲਗਾਤਾਰ ਇਸ ਦੇ ਵਿੱਚ ਸੋਧਾਂ ਹੁੰਦੀਆਂ ਗਈਆਂ ਤੇ ਐਕਟ ਜਿਹੜਾ ਸਖਤ ਹੁੰਦਾ ਗਿਆ। ਜਿਹੜੀ ਪਿਛਲੀ ਸੋਧ ਹੋਈ ਸੀ ਇਹ 2019 ਦੇ ਵਿੱਚ ਹੋਈ ਸੀ। ਇਹ ਸੋਧ ਕੀ ਹੋਈ ਸੀ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜਿਹੜੀ 2019 ਦੇ ਸੋਧ ਹੋਈ ਆ ਉਹਦੇ ਵਿੱਚ ਕੁਝ ਚੀਜ਼ਾਂ ਚੇਂਜ ਕੀਤੀਆਂ ਨੇ। ਜਦੋਂ ਜਿਵੇਂ ਕਸਾਬ ਆਇਆ ਇੱਥੇ ਠੀਕ ਆ, ਜੇ ਕਈ ਵਾਰ ਕੀ ਹੁੰਦਾ ਆ ਕਿ ਕੋਈ ਬੰਬ ਬਲਾਸਟ ਜਾਂ ਉਹੋ ਜਿਹੀਆਂ ਚੀਜ਼ਾਂ ਹੁੰਦੀਆਂ, ਕੋਈ ਟੈਰਰਿਸਟ ਜਿਹੜੇ ਹੈਗੇ ਅਟੈਕ ਹੁੰਦੇ ਨੇ, ਤਾਂ ਕੋਈ ਵੀ ਆਪਣੇ ਸਿਰ ਤੇ ਜਿੰਮਾ ਨਹੀਂ ਲੈਂਦੀ ਹੈਗੀ ਆਰਗੇਨਾਈਜੇਸ਼ਨ। ਤੇ ਉਹ ਕਈ ਵਾਰ ਕਿਸੇ ਇਕੱਲੇ ਇਨਸਾਨ ਦਾ ਪਲਾਨ ਵੀ ਹੋ ਸਕਦਾ ਹੈ ਬਿਨਾਂ ਕਿਸੇ ਆਰਗੇਨਾਈਜੇਸ਼ਨ ਦੀ ਸਪੋਰਟ ਤੋਂ ਜੀ। ਠੀਕ ਆ, ਤਾਂ ਉਹੋ ਜਿਹੀ ਸਿਚੁਏਸ਼ਨ ਦੇ ਵਿੱਚ ਉਸ ਇਕੱਲੇ ਬੰਦੇ ਨੂੰ ਜਿਵੇਂ ਦਾਊਦ ਆਪਦੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਮਤਲਬ ਆਰਗੇਨਾਈਜੇਸ਼ਨ ਆ ਜੀ। ਠੀਕ ਆ, ਤਾਂ ਉਹਦੀ ਆਪਦੀ ਆਰਗੇਨਾਈਜੇਸ਼ਨ ਹੀ ਬਹੁਤ ਸਾਰੇ ਨਾਮਾਂ ਨਾਲ ਆ ਜੋ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ। ਠੀਕ ਹੈ, ਸੋ ਮਸੂਦ ਹੈ। ਸੋ ਉਹ ਸਾਰਿਆਂ ਦੇ ਵਿੱਚ ਕੀ ਕੀਤਾ ਇਹਨਾਂ ਨੇ 2019 ਦੇ ਵਿੱਚ ਉਸ ਚੀਜ਼ ਨੂੰ ਟੈਕਲ ਕਰਨ ਲਈ ਉੱਤੇ ਦੀ ਯੂਐਨਓ ਦੀ ਸਿਕਿਉਰਿਟੀ ਕੌਂਸਲ ਦਾ ਵੀ ਇਹਦੇ 'ਚ ਮਤਲਬ ਬਹੁਤ ਜ਼ਿਆਦਾ ਪ੍ਰਭਾਵ ਸੀਗਾ। ਸਿਕਿਉਰਿਟੀ ਕੌਂਸਲ ਇਸ ਚੀਜ਼ ਨੂੰ ਲੈ ਕੇ ਆਪਦੇ ਜਿਹੜੇ ਮੈਂਬਰ ਦੇਸ਼ ਉਹਨਾਂ ਨੂੰ ਲੈ ਕੇ ਸਖਤ ਸੀਗੀ ਕਿ ਤੁਸੀਂ ਇਹੋ ਜਿਹੇ ਲਾਅ ਬਣਾਓਗੇ ਇੰਟਰਨੈਸ਼ਨਲ ਲੈਵਲ ਤੇ, ਜਿਹੜੀਆਂ ਮਤਲਬ ਜਿਨ੍ਹਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਟੈਰਰਿਸਟ ਘੋਸ਼ਿਤ ਕੀਤਾ ਗਿਆ ਉਹਨਾਂ ਨੂੰ ਲੈ ਕੇ। ਠੀਕ ਹੈ, ਤਾਂ ਉਹਨਾਂ ਨੇ ਕੀ ਕੀਤਾ ਕਿ ਪਹਿਲਾਂ ਸੀਗਾ ਕਿ ਆਰਗੇਨਾਈਜੇਸ਼ਨ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨ ਆ ਸਕੈਡਿਊਲ 1 ਹੈਗਾ ਆ ਉਹਦੇ ਵਿੱਚ ਦਿੱਤੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਬੱਬਰ ਖਾਲਸਾ ਇੰਟਰਨੈਸ਼ਨਲ ਵੀ ਇੱਕ ਆ। ਹੋਰ ਮੈਂ ਤੁਹਾਨੂੰ ਨਾਮ ਵੀ ਦਿਖਾ ਦੂੰਗੀ, ਤੁਸੀਂ ਮਤਲਬ ਸਕਰੀਨ ਤੇ ਦਿਖਾ ਦਾਂਗੇ, ਤੁਸੀਂ ਦੱਸ ਸਕਦੇ ਹੋ। ਠੀਕ ਹੈ, ਤਾਂ ਮੈਂ ਇਦਾਂ ਹੀ ਦਿਖਾ ਦੇਣਾ ਚਾਹੁੰਦੀ ਹਾਂ ਕਿ ਜਿਵੇਂ ਇਹ ਸਕੈਡਿਊਲ 1 ਆ 1 ਆ ਜੀ। ਠੀਕ ਹੈ, ਇਹਦੇ ਵਿੱਚ ਇਹ ਤਾਂ ਮੈਂ ਹਾਈਲਾਈਟ ਕੀਤੀਆਂ ਕਿਉਂਕਿ ਪੰਜਾਬ ਦੀਆਂ ਆਰਗੇਨਾਈਜੇਸ਼ਨ ਜਿਹੜੀਆਂ ਸੀਗੀਆਂ ਬੈਨ ਕੀਤੀਆਂ। ਠੀਕ ਹੈ, ਇਹਦੇ ਵਿੱਚ ਤੁਸੀਂ ਇਹਨਾਂ ਦੇ ਨਾਮ ਬੋਲ ਕੇ ਵੀ ਦੱਸ ਦਿਓ ਕਿ ਕਿਹੜੀ ਨੂੰ ਬੈਨ ਕੀਤਾ ਸੀ। ਇਹ ਟੋਟਲ ਇਹਦੇ ਵਿੱਚ 42 ਹੈਗੀਆਂ ਨੇ 2019 ਤੱਕ, ਹੈ ਨਾ ਜੀ, ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਘੋਸ਼ਿਤ ਕੀਤਾ ਸਕੈਡਿਊਲ 1 ਦੇ ਵਿੱਚ। ਫਿਰ ਇਹਨਾਂ ਨੇ ਕੀ ਕੀਤਾ ਕਿ ਹੁਣ ਜੇ ਕੋਈ ਇਕੱਲਾ ਬੰਦਾ ਆ ਤਾਂ ਉਹਨੂੰ ਕੀ ਕੀਤਾ ਜਾਊਗਾ, ਤਾਂ ਉਹਨਾਂ ਨੇ ਇਹਦੇ ਵਿੱਚ ਸਕੈਡਿਊਲ ਜਿਹੜਾ 4th ਹੈਗਾ ਆ ਉਹ ਪਾਤਾ ਆਹ ਵਾਲਾ, ਤੇ ਇਹਦੇ ਵਿੱਚ 4 ਬੰਦੇ ਐਡ ਕਰਤੇ ਨੇ ਜਿਨ੍ਹਾਂ ਦੇ ਵਿੱਚ ਆ ਦੇਖੋ ਮੌਲਾਨਾ ਮਸੂਦ ਅਜ਼ਹਰ ਜੀ, ਜਿਹਦੇ ਅੱਗੇ 2 ਨਾਮ ਹੋਰ ਨੇ ਵੱਡੇ ਸਾਰੇ, ਵਲੀ ਆਦਮ ਇਸਾ, ਮੌਲਾਨਾ ਮੁਹੰਮਦ ਮਸੂਦ ਅਜ਼ਹਰ ਆਲਵੀ। ਠੀਕ ਹੈ, ਇਹ ਇੱਕ ਬੰਦਾ। ਉਦੋਂ ਬਾਅਦ 2 ਆ ਜਿਹੜਾ ਹੈਗਾ ਆ ਆਪਣਾ 2019 ਦੇ ਵਿੱਚ, ਇਹ ਸਾਰੇ 2019 ਵਾਲੀ ਅਮੈਂਡਮੈਂਟ ਚ ਆਏ, ਹਨਾ। ਫਿਰ ਹਾਫਿਜ਼ ਮੁਹੰਮਦ ਸਈਦ, ਇਹਨਾਂ ਦੇ ਵੀ ਅੱਗੇ ਕਿੰਨੇ ਹੀ ਨਾਮ, ਹਾਫਿਜ਼ ਸਈਦ, ਹਾਫਿਜ਼ ਮੁਹੰਮਦ ਸਈਦ, ਹਾਫਿਜ਼ ਮੁਹੰਮਦ ਸਈਦ, ਅੱਡ ਸਪੈਲਿੰਗ ਮਿਸਟੇਕ ਲਾਈਕ ਡਿਫਰੈਂਟ ਟਾਈਪ ਦੇ ਹੈਗੇ ਉਹ ਅੱਡ ਨਾਮ ਦੇ। ਫਿਰ ਜਾਕੀ ਉਰ ਰਹਿਮਾਨ ਲਾਖਵੀ ਇਹ ਐਡ ਕੀਤੇ। ਫਿਰ ਦਾਊਦ ਇਬਰਾਹਿਮ ਕਾਸਕਰ। ਠੀਕ ਹੈ, ਫਿਰ ਇਹਨਾਂ ਦੇ ਅੱਗੇ ਵਾਵਾ ਸਾਰੇ ਨਾਮ ਨੇ। ਸੋ ਉਹ ਇੰਡੀਵਿਜੂਅਲ ਐਡ ਕੀਤੇ ਗਏ ਨੇ ਜਿਹੜੀ ਇਹਦੀ ਹੈਗੀ ਆ ਇਹਦੇ ਵਿੱਚ ਜੀ। ਠੀਕ ਆ, ਫਿਰ ਇਹਦੇ ਵਿੱਚ ਜਿਹੜੀ ਮੇਨ ਹੈਗੀ ਆ ਆਪਣਾ ਹੈਗਾ ਆ, ਇਹਨਾਂ ਨੇ ਇਹੀ ਚੀਜ਼ਾਂ ਐਡ ਕੀਤੀਆਂ ਨੇ ਕਿ ਸੈਕਸ਼ਨ ਜਿਹੜਾ ਇਹਦਾ 21 ਆ ਉਹਦੇ ਵਿੱਚ ਵਰਡ ਹੈਗਾ ਆ ਫਿਗਰਸ। ਠੀਕ ਆ, ਉਹ ਸੈਕਸ਼ਨ 22 ਸ਼ੈਲ ਵੀ ਇਸਟੈਬਲਿਸ਼ਡ। ਠੀਕ ਆ, ਉਹ ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ। ਫਿਰ ਇਹਨਾਂ ਨੇ NIA ਨੂੰ ਜਿਹੜੀਆਂ ਹੈਗੀਆਂ ਨੇ ਕੁਛ ਕੁ ਪਾਵਰਸ ਦਿੱਤੀਆਂ ਨੇ। ਸੈਕਸ਼ਨ 25 ਆ ਦੀ ਪ੍ਰਿੰਸੀਪਲ ਐਕਟ, ਹੈ ਨਾ, ਜਿਹੜਾ ਇਹਦਾ ਹੈਗਾ ਉਹ ਕੀ ਕਹਿੰਦਾ ਕਿ ਇਨ ਵਿਚ ਪ੍ਰੋਪਰਟੀ ਇਜ਼ ਸਿਚੁਏਟਡ ਮੇਕ ਐਨ ਆਰਡਰ the words in which such property is situated where the investigation is conducted by officer of NIA। ਠੀਕ ਆ, ਉਹ ਇਹਦੇ ਨਾਲ ਰਿਲੇਟਡ ਮਤਲਬ ਇਹੋ ਜਿਹੀਆਂ ਚੀਜ਼ਾਂ ਵੀ ਉਹ ਕਿਵੇਂ ਕਰੂਗਾ, ਉਹਨੂੰ ਪਹਿਲਾਂ ਆਰਡਰ ਲੈਣਾ ਪਊਗਾ ਡਾਇਰੈਕਟਰ ਜਨਰਲ ਜਿਹੜਾ ਹੈਗਾ NIA ਦਾ। ਉਹ ਮਤਲਬ ਇਹੋ ਜਿਹੀਆਂ ਨਿੱਕੀਆਂ ਚੀਜ਼ਾਂ ਨੇ।
ਉਹ ਟੈਰਰਿਸਟ ਆਰਗੇਨਾਈਜੇਸ਼ਨ ਐਂਡ ਇੰਡੀਵਿਜੂਅਲ ਵਾਲਾ ਚੈਪਟਰ ਐਡ ਕੀਤਾ ਹੈ। ਸੈਕਸ਼ਨ 35 ਦੇ ਕੁਝ ਕੁ ਵਰਡਸ ਜਿਹੜੇ ਨੇ ਉਹ ਚੇਂਜ ਕੀਤੇ ਨੇ। ਮਤਲਬ ਬੇਸਿਕ ਜਿਹੜਾ ਇਹਦੇ ਵਿੱਚ ਚੇਂਜ ਹੈਗਾ ਆ ਉਹ ਸਕੇਡਿਊਲ 4th ਜਿਹੜਾ ਐਡ ਕੀਤਾ ਉਹਨੂੰ ਲੈ ਕੇ ਹੈਗਾ ਆ। ਇੱਕ ਸਕੇਡਿਊਲ ਪਹਿਲਾਂ 1 ਹੀ ਸੀਗਾ ਕੱਲਾ ਸਾਰਿਆਂ ਦੇ ਵਿੱਚ, ਹੁਣ ਉਹਨਾਂ ਨੇ ਇੱਕ ਸਕੇਡਿਊਲ 4 ਕਰਤਾ ਆ ਜਿਹਦੇ ਵਿੱਚ ਸਪੈਸੀਫਿਕਲੀ ਇੰਡੀਵਿਜੂਅਲ ਨੂੰ ਐਡ ਕੀਤਾ। ਹੁਣ ਇੰਡੀਵਿਜੂਅਲ ਆਰਗੇਨਾਈਜੇਸ਼ਨ ਤੇ ਨਾਲ ਟੈਰਰਿਸਟ ਆਰਗੇਨਾਈਜੇਸ਼ਨ ਐਂਡ ਇੰਡੀਵਿਜੂਅਲ ਟੈਰਰਿਸਟ ਵੀ ਐਡ ਕਰਤੇ ਕਿ ਇੱਕ ਬੰਦਾ ਵੀ ਕਰ ਸਕਦਾ। ਪਹਿਲਾਂ ਇਹ ਕੱਲੀਆਂ ਆਰਗੇਨਾਈਜੇਸ਼ਨ ਦੇ ਉੱਤੇ ਸੀ। ਆਹ ਫਰਕ ਜੀ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਵਿਅਕਤੀਆਂ ਦੇ ਤੁਸੀਂ ਨਾਮ ਲਏ ਹੈਗੇ ਆ ਜਿਨ੍ਹਾਂ ਨੂੰ ਜਿਹੜਾ ਹੈ ਇਸ ਐਕਟ ਦੇ ਅੰਦਰ ਜਿਹੜਾ ਹੈ 4 ਜਣਿਆਂ ਨੂੰ ਐਡ ਕੀਤਾ। 4 ਜਣਿਆਂ ਨੂੰ ਕੀਤਾ ਹੈਗਾ ਹਲੇ ਤੱਕ 2019 ਦੇ ਵਿੱਚ ਜਿਹੜੀ ਆ ਆਏ ਸੀਗੇ। ਹਾਂ, ਜਦੋਂ ਜੇਕਰ ਆਪਾਂ ਸੰਸਥਾਵਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਸੰਸਥਾਵਾਂ ਨੂੰ ਜਿਹੜਾ ਹੈ ਬੈਨ ਕਰ ਚੁੱਕਾ ਹੈਗਾ ਇਸ ਐਕਟ ਦੇ ਅੰਤਰਗਤ? ਇਹ ਜੇ ਆਪਾਂ ਟੈਰਰਿਸਟ ਮੈਂ ਤੁਹਾਨੂੰ ਉਦੋਂ ਹੀ ਦੱਸਿਆ ਕਿ ਇਹ ਟੋਟਲ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਹੀ ਦਿੱਤੀਆਂ ਨੇ। ਮੈਨੂੰ ਵੀ ਨਹੀਂ ਪਤਾ ਸੀਗਾ ਪਹਿਲਾਂ, ਹਨਾ, ਜਦੋਂ ਆਪਾਂ ਨਹੀਂ ਪੜ੍ਹਦੇ ਮੈਂ ਜਦੋਂ UAPA ਵਗੈਰਾ ਦੇ ਮਿਸਯੂਜ਼ ਬਾਰੇ ਇਹਨਾਂ ਸੁਣਿਆ ਫਿਰ ਮੈਨੂੰ ਲੱਗਿਆ ਕਿ ਪੜ੍ਹਨਾ ਚਾਹੀਦਾ। ਪਹਿਲਾਂ ਮੈਂ ਵੀ ਇਹ ਕਿ ਟੋਟਲੀ ਕਾਲਾ ਕਾਨੂੰਨ ਆ, ਨਹੀਂ ਇਹਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਵੀ ਆ ਕੁਝ ਮਾੜੀਆਂ ਚੀਜ਼ਾਂ ਵੀ ਆ, ਠੀਕ ਹੈ। ਸੋ ਇਹਦੇ ਵਿੱਚ ਆਪਣੇ ਹੈਗੇ ਆ ਬੱਬਰ ਖਾਲਸਾ ਇੰਟਰਨੈਸ਼ਨਲ ਹੈਗੀ ਆ, ਇਹ ਤੁਸੀਂ ਨੇੜੇ ਕਰਕੇ ਦਿਖਾ ਸਕਦੇ ਹੋ। ਖਾਲਿਸਤਾਨ ਕਮਾਂਡੋ ਫੋਰਸ ਹੈ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੀ ਐਡ ਹੈ ਇਹਦੇ ਵਿੱਚ। ਦੱਸੋ ਫਿਰ ਪਹਿਲੀਆਂ 4 ਮਤਲਬ ਸੋਚਣ ਵਾਲੀ ਗੱਲ ਹੈ ਕਿ ਪਹਿਲੀਆਂ ਸਾਰੀਆਂ ਪੰਜਾਬੀ ਆਰਗੇਨਾਈਜੇਸ਼ਨ ਹੈ ਨਾ। ਫਿਰ ਇਹਦੇ ਵਿੱਚ ਲਸ਼ਕਰੇ ਤੋਬਾ, ਜਸ਼ੇ ਮੁਹੰਮਦ ਜਿਹੜੀਆਂ ਹੈਗੀਆਂ ਨੇ ਉਹ ਹੈਗੀਆਂ ਨੇ। ਅੱਛਾ, ਜਿਹੜੇ ਲੋਕਾਂ ਨੂੰ ਇਹ ਕਨਫਿਊਜ਼ਨ ਆ ਵੀ ਇਹਦੇ ਵਿੱਚ ਕੱਲੀਆਂ ਮੁਸਲਿਮ ਜਾਂ ਸਿੱਖ ਆਰਗੇਨਾਈਜੇਸ਼ਨ ਆ, ਉਹਨਾਂ ਦੇ ਲਈ ਇਹਦੇ ਵਿੱਚ ਦੇਖੋ ਨੈਸ਼ਨਲ ਡੈਮੋਕ੍ਰੈਟਿਕ ਫਰੰਟ ਬੋਡੋਲੈਂਡ ਅਸਮ ਵਾਲਾ, ਠੀਕ ਹੈ, ਉਹ ਵੀ ਹੈਗੇ ਨੇ, ਠੀਕ ਹੈ। ਫਿਰ ਇਹਦੇ ਵਿੱਚ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ ਵੀ ਹੈਗਾ ਆ, ਪੀਪਲ ਰੈਵੋਲੂਸ਼ਨਰੀ ਪਾਰਟੀ ਵੀ ਹੈਗੀ ਆ, ਇਹ ਮਤਲਬ ਕਮਿਊਨਿਸਟ ਪਾਰਟੀ ਹੈਗੀ ਆ ਜੀ, ਠੀਕ ਹੈ। ਫਿਰ ਇਹਦੇ ਵਿੱਚ LTT ਵੀ ਹੈਗੀ ਆ। ਫਿਰ ਤ੍ਰਿਪੁਰਾ ਦੀ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰਿਪੁਰਾ ਵੀ ਹੈਗਾ ਆ, ਠੀਕ ਆ। ਤ੍ਰਿਪੁਰਾ ਟਾਈਗਰ ਫੋਰਸ ਵੀ ਕਿਉਂਕਿ ਉੱਥੋਂ ਵੀ ਆਵਾਜ਼ਾਂ ਉੱਠਦੀਆਂ ਨੇ, ਠੀਕ ਆ। ਫਿਰ ਦੀਨਦਾਰ ਅੰਜੂਮਨ ਪਾਰਟੀ ਵੀ ਹੈਗੀ ਆ। ਫਿਰ ਮਾਰਕਸਿਸਟ ਲੈਨਿਸਟ ਪਾਰਟੀ ਹੈਗੀ ਆ ਜਿਹੜੀ ਪੀਪਲਸ ਪਾਰਟੀ ਕਮਿਊਨਿਸਟ ਪਾਰਟੀ ਆ ਉਹ ਵੀ ਆ। ਫਿਰ ਮਾਓਇਸਟ ਕਮਿਊਨਿਸਟ ਸੈਂਟਰ ਜਿਨ੍ਹਾਂ ਨੂੰ ਮਾਓਵਾਦੀ ਕਹਿ ਕੇ ਉਧਰ ਮਾਰਿਆ ਜਾਂਦਾ ਉਹਨਾਂ ਦੀਆਂ ਵੀ ਹੈਗੀਆਂ ਨੇ ਇਹਦੇ ਵਿੱਚ, ਠੀਕ ਹੈ। ਇਸ ਤੋਂ ਬਿਨਾਂ ਇਹਦੇ ਵਿੱਚ ਤਾਮਿਲਨਾਡੂ ਦੀਆਂ ਵੀ ਹੈਗੀਆਂ ਨੇ, ਠੀਕ ਹੈ ਜੀ। ਤਾਮਿਲਨਾਡੂ ਲਿਬਰੇਸ਼ਨ ਆਰਮੀ ਹੋ ਗਿਆ, ਤਾਮਿਲ ਨੈਸ਼ਨਲ ਰਿਟਰੀਵਲ ਟਰੂਪਸ ਹੋ ਗਈਆਂ, ਅਖਿਲ ਭਾਰਤ ਨੇਪਾਲੀ ਏਕਤਾ ਸਮਾਜ ਹੋ ਗਿਆ, ਠੀਕ ਹੈ। ਇਹਦੇ ਵਿੱਚ ਮਤਲਬ ਤੁਸੀਂ ਲਾ ਲਓ ਕਿ ਹਰ ਧਰਮ ਹਰ ਜਾਤ ਦੇ ਕਿਤੋਂ ਨਾ ਕਿਤੋਂ ਜਿੱਥੋਂ ਵੀ ਆਵਾਜ਼ਾਂ ਉੱਠੀਆਂ ਉਹਨਾਂ ਦੀਆਂ ਟੋਟਲ 42 ਆਰਗੇਨਾਈਜੇਸ਼ਨ ਨੇ। ਫਿਰ ਇਹਨਾਂ ਦੇ ਵਿੱਚ ਜਿਹੜੀਆਂ 2019 ਦੇ ਵਿੱਚ ਆਪਣੀ ਜੇ ਆਪਾਂ ਪੰਜਾਬ ਨੂੰ ਰਿਲੇਟਡ ਕਰੀਏ ਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਐਂਡ ਇਟਸ ਆਲ ਮੈਨੀਫੈਸਟੇਸ਼ਨ ਜਿਹੜੀ ਇਹ 2019 ਦੇ ਵਿੱਚ ਬੈਨ ਕੀਤੀ ਗਈ ਆ। ਸੋ ਟੋਟਲ 42 ਆਰਗੇਨਾਈਜੇਸ਼ਨ ਨੇ ਜਿਹੜੀਆਂ ਇਹ ਟੈਰਰਿਸਟ ਆਰਗੇਨਾਈਜੇਸ਼ਨ ਕਹਿ ਕੇ ਬੈਨ ਕੀਤੀਆਂ ਗਈਆਂ ਨੇ। ਇਹਦੇ ਵਿੱਚ ਤੇ ਅਨਲੌਫੁਲ ਜਿਹੜੀ ਐਸੋਸੀਏਸ਼ਨ ਆ ਤੇ ਟੈਰਰਿਸਟ ਐਸੋਸੀਏਸ਼ਨ ਇਹਨਾਂ 'ਚ ਫਰਕ ਆ ਜੀ। ਜੇ ਆਪਾਂ ਗੱਲ ਕਰ ਲਈਏ ਜਿਹਦਾ ਸਭ ਤੋਂ ਜ਼ਿਆਦਾ ਰੌਲਾ ਆ ਜਿਹੜੀ ਇੱਕ ਆਪਣੀ 6 ਫॉर ਜਸਟਿਸ ਹੈਗੀ ਆ ਉਹ ਕਨਸਟੀਟਿਊਸ਼ਨਲ ਵੇ ਨਾਲ ਲੜਾਈ ਲੜਦੀ ਆ, ਹਨਾ, ਤੇ ਉਹਨੂੰ ਉਹਨਾਂ ਨੇ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਘੋਸ਼ਿਤ ਕੀਤਾ ਜਿਹੜਾ ਲੋਕਾਂ ਦੇ ਮਾਈਂਡ ਦੇ ਵਿੱਚ ਇੱਕ ਚੀਜ਼ ਆ। ਨੋ, ਉਹ ਇੱਕ ਅਨਲੌਫੁਲ ਜਿਹੜੀ ਹੈਗੀ ਆ ਐਸੋਸੀਏਸ਼ਨ ਘੋਸ਼ਿਤ ਕੀਤਾ ਆ। ਰੀਜ਼ਨ ਆ ਉਹਨਾਂ ਨੇ 2020 ਵਾਲਾ ਜਿਹੜਾ ਰੈਫਰੈਂਡਮ ਹੈਗਾ ਆ ਉਹਦੇ ਕਰਕੇ ਕੀਤਾ ਆ ਜੀ। ਜਦੋਂ ਹੁਣ ਇਹ ਫਰਕ ਵੀ ਸਮਝਣ ਦੀ ਲੋੜ ਹੈਗੀ ਆ ਕਿ ਅਨਲੌਫੁਲ ਕਿਹੜੀ ਆ ਤੇ ਟੈਰਰਿਸਟ ਕਿਹੜੀ ਆ। ਅਨਲੌਫੁਲ ਉਹਨਾਂ ਨੂੰ ਘੋਸ਼ਿਤ ਕਰਦੇ ਆ ਕਿ ਜਿਹੜੀ ਕਨਸਟੀਟਿਊਸ਼ਨਲ ਵੇ ਦੇ ਨਾਲ ਜੀ ਮਤਲਬ ਜੋ ਇੱਕ ਲੀਗਲ ਤਰੀਕਾ ਆ ਬਿਨਾਂ ਹਥਿਆਰਾਂ ਦੇ ਮਤਲਬ ਇੱਕ ਲੜਾਈ ਲੜਦੀਆਂ ਨੇ ਪਰ ਉਹ ਲੱਗਦਾ ਹੈ ਕਿ ਇਹ ਦੇਸ਼ ਦੀ ਅਖੰਡਤਾ ਨੂੰ ਖਤਰਾ ਪਾਉਣਗੇ। ਜਿਵੇਂ ਉਹਨਾਂ ਨੂੰ ਲੱਗਦਾ ਕਿ ਹਾਂਜੀ ਕਿਤੇ ਖਾਲਿਸਤਾਨ ਬਣਾ ਜਾਣਗੇ, ਹੈਨਾ, ਉਸ ਚੀਜ਼ ਨੂੰ ਲੈ ਕੇ ਕਿਉਂਕਿ 20 ਰੈਫਰੈਂਡਮ ਦੀ ਗੱਲ ਹੁੰਦੀ ਹੈ ਤਾਂ ਕਰਕੇ ਉਹਨੂੰ ਉੱਦਾਂ ਬੈਨ ਕੀਤਾ ਗਿਆ। ਉਹਨੂੰ ਅਨਲੌਫੁਲ ਮਤਲਬ ਉਹ ਡਿਕਲੇਅਰ ਕੀਤਾ, ਕੁਝ ਚੈਨਲ ਵੀ ਬੰਦ ਕੀਤੇ ਗਏ ਉਹਨੂੰ, ਮਤਲਬ ਜਿੱਥੇ ਵੀ ਆਵਾਜ਼ ਥੋੜੀ ਜਿਹੀ ਉੱਠਣ ਦੀ ਕੋਸ਼ਿਸ਼ ਹੁੰਦੀ ਆ। ਪਰ ਉਹਨਾਂ ਨੂੰ ਟੈਰਰਿਸਟ ਨਹੀਂ ਘੋਸ਼ਿਤ ਕੀਤਾ, ਟੈਰਰਿਸਟ ਇਹਨਾਂ ਨੇ ਇਹਨੂੰ ਕੀਤਾ ਆ ਜੀ। ਮੈਂ ਦੱਸਿਆ ਨਾ ਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਜੀ, ਇਹਨੂੰ ਟੈਰਰਿਸਟ ਆਰਗੇਨਾਈਜੇਸ਼ਨ 2019 ਦੇ ਵਿੱਚ ਘੋਸ਼ਿਤ ਕੀਤਾ ਗਿਆ ਜੇ ਪੰਜਾਬ ਨਾਲ ਰਿਲੇਟਡ ਗੱਲ ਕਰੀਏ। ਸੋ ਟੈਰਰਿਸਟ ਆਰਗੇਨਾਈਜੇਸ਼ਨ, ਟੈਰਰਿਸਟ ਤੇ ਅਨਲੌਫੁਲ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਵਿੱਚ ਫਰਕ ਆ ਜੋ ਸਮਝਣ ਦੀ ਲੋੜ ਆ ਆਪਾਂ ਨੂੰ ਜੀ। ਜਿਵੇਂ ਗੈਰ ਕਾਨੂੰਨੀ ਜਿਹੜੀਆਂ ਸੰਸਥਾਵਾਂ ਨੇ, ਹਾਂ ਗੈਰ ਕਾਨੂੰਨੀ ਸੰਸਥਾਵਾਂ ਕਹਿ ਸਕਦੇ ਆ ਉਹਨਾਂ ਨੂੰ ਜੀ, ਉਹ ਜਿਹੜੀਆਂ ਘੋਸ਼ਿਤ ਕਰ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਮੈਂਬਰ ਵੀ ਹੁੰਦੇ ਆ, ਹਨਾ ਜੀ। ਫਿਰ ਜਦੋਂ ਐਕਟ ਉਹਨਾਂ ਦੇ ਉੱਤੇ ਲੱਗ ਜਾਂਦਾ ਹੈਗਾ ਜਾਂ ਸੰਸਥਾਵਾਂ ਦੇ ਉੱਤੇ ਫਿਰ ਜਿਹੜੇ ਉਹਦੇ ਮੈਂਬਰ ਹੁੰਦੇ ਆ ਉਹਨਾਂ ਨੂੰ ਵੀ ਇਹ ਪ੍ਰਭਾਵਿਤ ਕਰਦਾ ਆ। ਇਹ ਏਦਾਂ ਆ, ਇਹਦੇ ਵਿੱਚ ਨਾ ਦਿੱਤਾ ਹੋਇਆ ਆ ਕਿ ਜਦੋਂ ਕਿਸੇ ਸੰਸਥਾ ਨੂੰ
ਜੀ ਡਿਕਲੇਅਰ ਕਰਤਾ ਕਿ ਇਹ ਗੈਰ ਕਾਨੂੰਨੀ ਆ ਜੀ ਤਾਂ ਉਹ ਟਾਈਮ ਹੁੰਦਾ ਆ ਵੀ ਉਹ ਜਿਹੜਾ ਉਹੀ 1 ਮਹੀਨੇ ਦਾ ਤੇ ਉਹਦੇ ਵਿੱਚ ਜੇ ਉਹ ਫਿਰ ਵੀ ਉਹਦੇ ਮੈਂਬਰ ਰਹਿੰਦੇ ਨੇ ਜੀ। ਉਹਦੀਆਂ ਮੀਟਿੰਗਸ ਅਟੈਂਡ ਕਰਦੇ ਆ ਜਿਹੜੀ ਗੈਰ ਕਾਨੂੰਨੀ ਵਾਲੀ ਆ ਠੀਕ ਹੈ ਤੇ ਫਿਰ ਵੀ ਉਹਦੇ ਲਈ ਪ੍ਰੋਪੋਗੰਡਾ ਕਰਦੇ ਆ ਤਾਂ ਉਹਨਾਂ ਦੇ ਲਈ 2 ਸਾਲ ਦੀ ਸਜ਼ਾ ਆ ਜੀ ਇਹ ਗੱਲ ਕਲੀਅਰ ਆ ਜਿਹੜੀਆਂ ਗੈਰ ਕਾਨੂੰਨੀ ਵਾਲੀਆਂ ਨੇ ਉਹਨਾਂ ਦੀ 2 ਸਾਲ ਦੀ ਸਜ਼ਾ ਆ ਜੀ। ਪਰ ਜੇ ਉਹ ਗੈਰ ਕਾਨੂੰਨੀ ਵਾਲੀਆਂ ਦੇ ਨਾਲ ਇਹ ਵੀ ਕਲੀਅਰਲੀ ਆ ਸੈਕਸ਼ਨ ਆਈ ਥਿੰਕ 10 ਦੇ ਵਿੱਚ ਮੈਂਸ਼ਨ ਆ ਇਹ ਚੀਜ਼ ਵੀ ਸਮਝਣ ਦੀ ਲੋੜ ਹੈਗੀ ਆ ਬਹੁਤ ਜ਼ਰੂਰੀ ਹੈ ਕਿਉਂਕਿ ਮੈਨੂੰ ਵੀ ਇਸੇ ਚੀਜ਼ ਦੀ ਹਾਂ ਸੈਕਸ਼ਨ 10 ਦੇ ਵਿੱਚ ਹੀ ਆ ਇਹਦੇ ਵਿੱਚ ਕਲੀਅਰ ਆ ਸੈਕਸ਼ਨ 10 ਦੇ ਵਿੱਚ ਦਿੱਤਾ ਹੋਇਆ ਕਿ ਆ ਪਰਸਨ ਹੂ ਕੰਟੀਨਿਊ ਟੂ ਬੀ ਅ ਮੈਂਬਰ ਆਫ ਸੱਚ ਐਸੋਸੀਏਸ਼ਨ ਜੀ। ਇਹ ਇਹਦੀ ਅਨਲੌਫੁਲ ਵਾਲੀ ਹੈ ਨਾ ਟੇਕ ਪਾਰਟ ਇਨ ਦੀ ਮੀਟਿੰਗ ਆਫ ਸੱਚ ਐਸੋਸੀਏਸ਼ਨ ਕੰਟਰੀਬਿਊਟ to or receive or solicit contribution for the purpose of such association or in assist in any such operation ਇਹਦੇ ਵਿੱਚ ਸਪੈਸੀਫਿਕਲੀ ਆ 4 ਚੀਜ਼ਾਂ ਦਿੱਤੀਆਂ ਇਹਨਾਂ ਨੂੰ ਹੈਗੀ 2 ਸਾਲ ਦੀ ਸਜ਼ਾ ਤੇ ਫਾਈਨ ਪਰ ਉਹਨਾਂ ਨੇ ਅੱਗੇ ਮੈਂਸ਼ਨ ਕੀਤਾ ਆ a person who is continue to be a member of such association or voluntarily ਜੀ ਠੀਕ ਹੈ ਇਹਦੇ ਵਿੱਚ ਉਹਦੀ ਵਿਸ਼ ਕੀਤੀ ਆ ਕਿ ਉਹ ਏਡ ਕਰਦਾ ਪ੍ਰਮੋਟ ਕਰਦਾ ਇਨ ਐਨੀ ਮੈਨਰ ਜਿਹਦੇ ਕਰਕੇ ਫਾਇਰ ਆਰਮਸ ਐਮੂਨੀਸ਼ਨ ਐਕਸਪਲੋਸਿਵ ਜਾਂ ਕੋਈ ਵੀ ਚੀਜ਼ ਇਹੋ ਜਿਹੀ ਹੁੰਦੀ ਆ ਜਿਹਦੇ ਨਾਲ ਕਿਸੇ ਦੀ ਜਾਨ ਜਾਣ ਨੂੰ ਖਤਰਾ ਹੈ ਜਾਂ ਜਾਨ ਚਲੀ ਜਾਂਦੀ ਆ ਜੀ ਉਹਨਾਂ ਨੂੰ ਉਹਦੇ ਵਿੱਚ ਵੱਡੀ ਸਜ਼ਾ ਮਿਲਦੀ ਆ ਜੀ ਸਮਝ ਗਏ ਜਿਹੜੀ ਆਪਣੇ ਇੱਥੇ ਲੋਕਾਂ ਤੇ ਹੋ ਰਹੀ ਆ ਉਹਦੇ ਵਿੱਚ 2 ਸਾਲ ਦੀ ਸਜ਼ਾ ਵਾਲੀ ਆ ਜੀ ਉਹ ਵੱਧ ਸਜ਼ਾ ਵਾਲੇ ਨਹੀਂਗੇ ਬਟ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਉਸ ਚੀਜ਼ ਦਾ ਪਤਾ ਨਹੀਂਗਾ ਮੰਨ ਲਓ ਮੇਰੀ ਐਸੋਸੀਏਸ਼ਨ ਆ ਮੇਰੀ ਐਸੋਸੀਏਸ਼ਨ ਨੂੰ ਅਨਲੌਫੁਲ ਡਿਕਲੇਅਰ ਕਰਤਾ ਜੀ ਠੀਕ ਆ ਜਿਹੜੇ ਮੇਰੇ ਨਾਲ ਜੁੜੇ ਰਹਿਣਗੇ ਮੈਂਬਰ ਮੇਰੀ ਐਸੋਸੀਏਸ਼ਨ ਜੀ। ਉਹਨਾਂ ਨੂੰ ਮਤਲਬ 2 ਸਾਲ ਦੀ ਸਜ਼ਾ ਹੋ ਸਕਦੀ ਆ ਜਾਂ ਉਹਨਾਂ ਦੇ ਉਸ ਚੀਜ਼ ਤੇ ਅਸਰ ਹੋ ਸਕਦਾ ਆ ਜੀ। ਠੀਕ ਆ ਪਰ ਉਹਦੇ ਲਈ ਵੀ ਪਹਿਲਾਂ 6 ਮਹੀਨੇ ਦਾ ਪੀਰੀਅਡ ਆ ਗਿਆ ਨਾ 6 ਮਹੀਨੇ ਚ ਇਨਵੈਸਟੀਗੇਸ਼ਨ ਹੋਊਗੀ ਉਹਨਾਂ ਨੂੰ ਰੀਜ਼ਨ ਦਿੱਤਾ ਜਾਊਗਾ ਤੁਸੀਂ ਦੱਸੋ ਵੀ ਤੁਸੀਂ ਅਨਲੌਫੁਲ ਕਿਉਂ ਨਹੀਂ ਹੁਣ ਕਈ ਚੈਨਲ ਆ ਜਿਹੜੇ ਸਾਡੇ ਬੰਦ ਹੋਏ ਸੀਗੇ ਫਿਰ ਉਹ ਦੁਬਾਰਾ ਚ ਉਹ ਦੁਬਾਰਾ ਚੱਲ ਪਏ ਜੀ ਸੋ ਇਹ ਚੀਜ਼ਾਂ ਹੈਗੀਆਂ ਨੇ ਬਟ ਜੇ ਆਪਾਂ ਉਹਨਾਂ ਨੂੰ ਲੀਗਲ ਵੇ ਨਾਲ ਚੱਲਾਂਗੇ ਜੀ ਇਹਦੇ ਵਿੱਚ ਜ਼ਮਾਨਤ ਹੋ ਜਾਂਦੀ ਹੈ ਵਿਅਕਤੀ ਦੀ ਕਿ ਨਹੀਂ ਜਿਹਦੇ ਉੱਤੇ ਲੱਗਿਆ ਆ ਹੁਣ ਡਿਪੈਂਡ ਕਰਦਾ ਆ ਹਨਾ ਵੀ ਉਹਦੇ ਤੇ ਕਿਹੜੀ ਧਾਰਾ ਲੱਗੀ ਆ ਜੇ ਤਾਂ ਲੱਗੀ ਆ ਉਹੀ ਜਿਹੜੀ ਮੈਂ ਹੁਣੀ ਤੁਹਾਨੂੰ ਦੱਸ ਕੇ ਹਟੀ ਆ ਨਾਰਮਲ ਵਾਲੀ ਤੋਂ ਅੱਗੇ ਵਾਲੀਆਂ ਹੈਗੀਆਂ ਨੇ ਫਿਰ ਤਾਂ ਆਬਵੀਅਸ ਜੀ ਗੱਲ ਹੈ ਜ਼ਮਾਨਤ ਤਾਂ ਛੱਡੋ ਤੁਸੀਂ ਫਿਰ ਆਰਟੀਕਲ 22 ਜਿਹੜਾ ਹੈਗਾ ਉਹ ਵੀ ਸਸਪੈਂਡ ਹੋ ਜਾਂਦਾ ਹੁਣ ਜਿਹੜਾ ਆਰਟੀਕਲ 22 ਆ ਸਾਡਾ ਫੰਡਾਮੈਂਟਲ ਰਾਈਟ ਆ ਉਹ ਸਾਨੂੰ ਕਹਿੰਦਾ ਆ ਕਿ ਜੇ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਜਾਂਦਾ ਤਾਂ ਉਹਨੂੰ 24 ਘੰਟਿਆਂ ਦੇ ਅੰਦਰ ਜਿਹੜਾ ਹੈਗਾ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰਨਾ ਪਊਗਾ ਜੀ ਤੇ ਉਹਨੂੰ ਰੀਜ਼ਨ ਦੱਸਿਆ ਜਾਊਗਾ ਵੀ ਉਹਨੂੰ ਕਾਤੇ ਮਤਲਬ देयर शुड बी अ लॉ ਹਨਾ ਪਰ 22 ਦੇ ਵਿੱਚ ਨਾਲ ਇਹ ਵੀ ਦਿੱਤਾ ਆ ਕਿ ਜੇ ਮਤਲਬ ਕੋਈ ਸਪੈਸੀਫਿਕ ਰੀਜ਼ਨ ਆ ਜਿਵੇਂ ਜੇ ਇਸ ਐਕਟ ਜਾਂ ਦੂਜੇ ਐਕਟ ਦੇ ਵਿੱਚ ਆ ਤੇ ਸਪੈਸੀਫਿਕ ਰੀਜ਼ਨ ਹੈਗਾ ਆ ਵੀ ਇਹਦੇ ਕਰਕੇ ਖਤਰਾ ਆ ਫਲਾਣਾ ਧਮਕਾ ਹਨਾ ਜਿਹੜੀ ਵੀ ਚੀਜ਼ ਹੁੰਦੀ ਆ ਫਿਰ 90 ਡੇਜ਼ ਦਾ ਟਾਈਮ ਹੁੰਦਾ ਹੈ ਕਿ 90 ਦਿਨਾਂ ਦੇ ਵਿੱਚ ਵਿਦਿਨ 3 ਮੰਥਸ ਲਾਈਕ ਉਹਨੂੰ ਮਤਲਬ ਉਹ ਕੋਰਟ ਉਹਨੂੰ ਇੰਟਰੋਗੇਟ ਕਰ ਪੁਲਿਸ ਉਹਨੂੰ ਇੰਟਰੋਗੇਟ ਕਰ ਸਕਦੀ ਆ ਜਾਂ ਜਿਹੜੇ ਵੀ ਹੈਗੇ ਆ ਠੀਕ ਆ 3 ਮਹੀਨੇ ਉਹ ਤੇ ਬਿਨਾਂ ਕੇਸ ਚਲਾਏ ਠੀਕ ਆ ਜੇ 3 ਮਹੀਨੇ ਤੋਂ ਬਾਅਦ ਵੀ ਉਹਨਾਂ ਨੂੰ ਲੱਗਦਾ ਵੀ ਨਹੀਂ ਇਹਦੇ ਤੇ ਕੋਈ ਸੀਰੀਅਸ ਮੈਟਰ ਇਹਨੂੰ ਹੋਰ ਅੱਗੇ ਕਰਨਾ ਪਊਗਾ ਤਾਂ 3 ਮਹੀਨੇ ਤੋਂ ਬਾਅਦ ਇੱਕ ਐਡਵਾਈਜ਼ਰੀ ਬੋਰਡ ਬਣਦਾ ਆ ਹਾਈ ਕੋਰਟ ਦੇ ਜੱਜ ਦੇ ਲੈਵਲ ਦੇ ਬੰਦੇ ਦੇ ਅਪਾਇੰਟ ਕੀਤੇ ਜਾਂਦਾ ਫਿਰ ਉਹ ਅੱਗੇ 3 ਮਹੀਨੇ ਹੋਰ ਐਕਸਟੈਂਡ ਹੋ ਜਾਂਦੇ ਆ 6 ਮਹੀਨੇ ਤੱਕ ਠੀਕ ਆ ਪਰ ਜਿਹੜੀ ਗੱਲ ਇਹ ਆ ਕਿ ਇਹਦੇ ਵਿੱਚ ਬੇਲ ਨਹੀਂ ਕਿਸੇ ਦੇ ਵਿੱਚ ਵੀ ਹੁਣ ਜੇ ਆਪਾਂ ਐਂਟੀਸਿਪੇਟਰੀ ਬੇਲ ਦੀ ਗੱਲ ਕਰੀਏ ਉਹ ਤਾਂ ਹੋਰ ਵੀ ਬਹੁਤ ਸਾਰੇ ਸੈਕਸ਼ਨ ਆ ਜਿਨ੍ਹਾਂ 'ਚ ਨਹੀਂ ਹੈਗੀ ਨਾਨ ਬੇਲੇਬਲ ਅਫੈਂਸ ਤਾਂ ਹੋਰ ਵੀ ਬਹੁਤ ਸਾਰੇ ਹੈਗੇ ਆ ਠੀਕ ਆ ਬੇਲ ਵਾਲਾ ਚੱਕਰ ਨਹੀਂ ਵੀ ਬੇਲ ਨਹੀਂ ਜੇ ਪ੍ਰਾਈਮਾ ਫਸਾਈ ਹੈਗੇ ਆ ਤਾਂ ਬੇਲ ਹੋਏਗੀ ਹੁਣ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਨੀ ਆ SC/ST ਐਕਟ ਹੈਗਾ ਆ ਉਹਦਾ ਸੈਕਸ਼ਨ 18 ਆ ਉਹ ਕਹਿੰਦਾ ਆ ਕਿ ਜ਼ਮਾਨਤ ਨਹੀਂ ਹੋਏਗੀ ਐਂਟੀਸਿਪੇਟਰੀ ਠੀਕ ਆ ਪਰ ਪ੍ਰਾਈਮਾ ਫਸਾਈ ਹੈਗਾ ਤਾਂ ਹੋਏਗੀ ਬੇਲ ਠੀਕ ਆ ਪਰ ਉਹ ਮੇਨਟੇਨੇਬਲ ਹੀ ਨਹੀਂ ਹੁੰਦੀ ਡਿਸਟ੍ਰਿਕਟ ਕੋਰਟ ਵੈਸੇ ਉਸ ਚੀਜ਼ ਤੇ ਬੇਲ ਦਿੰਦੀਆਂ ਹੀ ਨਹੀਂ ਗੀਆਂ ਡਿਸਟ੍ਰਿਕਟ ਕੋਰਟ ਪਤਾ ਹੀ ਨਹੀਂ ਕਿਉਂ ਦਿੰਦੀਆਂ ਨਹੀਂ ਗੀਆਂ ਉਹ ਚੀਜ਼ਾਂ ਆਪਾਂ ਨੂੰ ਹਾਈ ਕੋਰਟ ਜਾ ਕੇ ਬੇਲ ਮਿਲ ਜਾਂਦੀ ਆ ਜੀ ਜੇਕਰ ਆਪਾਂ ਜਿਹੜੀ ਤੁਸੀਂ ਅਨਡਿਊ ਮਤਲਬ ਐਡਵਾਂਟੇਜ ਦੀ ਗੱਲ ਕੀਤੀ ਹੈ ਨਾ ਵੀ ਬੇਲ ਨਹੀਂ ਹੁੰਦੀ ਉਹ 6 ਮਹੀਨੇ ਵਾਲਾ ਜਿਹੜਾ ਜਦੋਂ ਆਰਟੀਕਲ 22 ਨੂੰ ਸਸਪੈਂਡ ਕਰ ਦਿੰਦੇ ਆ ਨਾ 24 ਘੰਟੇ ਵਾਲੇ ਨੂੰ ਉਹ ਤਰੀਕੇ ਦੇ ਨਾਲ ਮਤਲਬ ਸਿਸਟਮ ਆ ਉਹਦਾ ਗਲਤ ਯੂਜ਼ ਕਰਦਾ ਆ ਜੀ ਜੇ ਆਪਾਂ ਗੱਲ ਕਰੀਏ UPA ਐਕਟ ਦੀ ਤਾਂ ਇਹਦੇ ਵਿੱਚ ਜਿਹੜੀਆਂ ਨੇ ਆਪਾਂ ਗੱਲ ਕੀਤੀ ਸੀ ਸਮੇਂ-ਸਮੇਂ ਤੇ ਸੋਧਾਂ ਹੋਈਆਂ ਤੇ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਇਹਨੂੰ ਕੁਝ ਅਧਿਕਾਰ ਦਿੱਤੇ ਹੈਗੇ ਆ ਕੁਝ ਅਧਿਕਾਰਾਂ ਦੀ ਗੱਲਬਾਤ ਸਾਡੇ ਦਰਸ਼ਕਾਂ ਨਾਲ ਜ਼ਰੂਰ ਕਰੋ ਆਪਾਂ ਸਪੈਸੀਫਿਕ ਇਹਦੇ ਵਿੱਚ ਇਹੀ ਹੈ ਕਿ ਇਹਦੇ ਵਿੱਚ ਪੁਲਿਸ ਦੀ ਇੰਟਰਫੇਰੈਂਸ ਨਾਲ ਡਾਇਰੈਕਟ NIA ਆ ਜਿਹੜੀ ਹੈ ਨਾ ਉਹ ਛਾਪੇਮਾਰੀ ਕਰੂਗੀ ਸਿੱਧੀ ਠੀਕ ਆ ਉਹ ਮਤਲਬ ਉਹਨੂੰ ਕੋਰਟ ਦਾ ਵਾਰੰਟ ਨਹੀਂ ਚਾਹੀਦਾ ਸਿੱਧੀ ਸਰਚ ਕਰ ਸਕਦੀ ਆ ਹਨਾ NIA ਨੂੰ ਕਿਸੇ ਤੇ ਡਾਊਟ ਹੈ NIA ਨੂੰ ਮੇਰੇ ਤੇ ਡਾਊਟ ਹੈ NIA ਮੇਰੇ ਘਰੇ ਆਊਗੀ ਸਾਹਿਬ ਮੇਰੇ ਸਾਰਾ ਕੁਝ ਚੈੱਕ ਕਰੂਗੀ ਔਰ ਦੇਖੇਗੀ ਮਤਲਬ ਇਹ ਉਹਨਾਂ ਨੂੰ ਇਹੋ ਜਿਹੀਆਂ ਸਪੈਸ਼ਲ ਪਾਵਰ ਹੈਗੀਆਂ ਨੇ ਬਟ ਉਹ ਵੀ ਇੰਸਪੈਕਟਰ ਲੈਵਲ ਦੇ ਬੰਦੇ ਦੇ ਉਹ NIA ਮਤਲਬ
NIA ਨੂੰ ਪੁਲਿਸ ਤੋਂ ਅੱਡ ਕਰਕੇ ਇੱਕ ਮਤਲਬ ਸਪੈਸ਼ਲ ਪਾਵਰ ਦਿੱਤੀਆਂ ਗਈਆਂ ਨੇ ਕਿ ਇਹਨਾਂ ਨੇ ਜਿਹੜੀ ਦੇਸ਼ ਦੀ ਇੰਟੈਗ੍ਰਿਟੀ ਤੇ ਸੋਵਰੇਨਿਟੀ ਨੂੰ ਬਚਾਉਣ ਦੀ ਖਾਤਰ ਜੋ ਇਹਨਾਂ ਨੂੰ ਸਹੀ ਲੱਗਦਾ ਉਹ ਕਰਨਗੇ। ਤੇ ਉਹਨਾਂ ਦੇ ਵਿੱਚ ਹੀ ਕੀ ਹੁੰਦਾ ਆ ਕਿ ਉਹਦੇ ਵਿੱਚ ਹੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਨਾ ਉਹ ਦੁਰਵਰਤੋਂ ਕਰਾਉਂਦੀ ਆ ਜੀ। ਮਤਲਬ ਆਪਾਂ ਸਿੱਧਾ ਪੁਲਿਸ ਵਾਲਿਆਂ ਨੂੰ ਗਲਤ ਬੋਲ ਦਈਏ ਕਿਤੇ ਵੀ, ਉਹ ਗਲਤ ਨਹੀਂ ਹੁੰਦੇ। ਉਹਨਾਂ ਦੇ ਪਿੱਛੇ ਜਿਹੜੀ ਸਰਕਾਰ ਹੁੰਦੀ ਆ, ਇਹ ਜਿਹੜੀ ਪੋਲੀਟੀਕਲ ਪੁਲਿਸ ਨੈਕਸਸ ਆ ਨਾ, ਇਹ ਸਿਸਟਮ ਨੂੰ ਖਰਾਬ ਕਰਦਾ ਆ ਜੀ। ਕਈ ਵਾਰੀ ਕੀ ਹੁੰਦਾ ਕਿ ਕਈ ਇਨਸਾਨਾਂ ਦੇ ਉੱਤੇ ਜਿਹੜਾ UAPA ਐਕਟ ਲੱਗ ਜਾਂਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਉੱਤੇ ਕਿਸ ਕਾਰਨ ਕਰਕੇ ਲੱਗਿਆ ਹੈਗਾ ਆ, ਕਿਉਂਕਿ ਆਪਣੀ ਜਿਹੜੀ ਅਪੀਲ ਕਿੱਥੇ ਪਾ ਸਕਦੇ ਆ, ਜਿਵੇਂ ਦੇਖੋ ਮੇਰੀ ਗੱਲ ਸੁਣੋ, ਜੇ ਤਾਂ ਉਹਨਾਂ ਤੇ FIR ਹੋ ਗਈ ਆ, ਠੀਕ ਆ, ਫਿਰ ਤਾਂ ਸੇਮ ਪ੍ਰੋਸੀਜਰ ਜਿਹੜਾ ਹੈਗਾ ਆ। ਜੇ ਉਹ ਸਪੈਸ਼ਲ ਟ੍ਰਿਬਿਊਨਲ, ਜਿਹੜੀਆਂ ਇਹਦੀਆਂ ਸਪੈਸ਼ਲ ਟ੍ਰਿਬਿਊਨਲ ਵੀ ਬਣਦੀਆਂ, ਠੀਕ ਆ, ਜੇ ਉਹ ਸਪੈਸ਼ਲ ਟ੍ਰਿਬਿਊਨਲ ਬਣੀ ਹੋਈ ਆ, ਠੀਕ ਆ, ਫਿਰ ਉੱਥੇ ਵੀ ਉਹ ਕਰ ਸਕਦੇ ਆ। ਅਦਰਵਾਈਜ਼ ਹਾਈ ਕੋਰਟ ਤੇ ਸੁਪਰੀਮ ਕੋਰਟ ਉਹਨਾਂ ਲਈ ਬਿਲਕੁਲ ਫ੍ਰੀ ਨੇ। ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਮਤਲਬ ਜੇ ਉਹਨਾਂ ਦੀ ਇਲੀਗਲ ਡਿਟੈਂਸ਼ਨ ਹੈਗੀ ਆ ਤਾਂ ਹੈਬਿਸ ਕਾਰਪਸ ਦੇ ਬੇਸਿਸ ਤੇ ਉਹ ਜਾ ਸਕਦੇ ਨੇ ਉੱਥੇ ਵੀ, ਸਾਡੀ ਜਿਹੜੀ ਡਿਟੈਂਸ਼ਨ ਹੈਗੀ ਆ ਇਲੀਗਲ ਆ, ਕੋਰਟ ਦੇ ਵਿੱਚ ਉਹ ਦਰਵਾਜ਼ਾ ਖੜਕਾ ਸਕਦੇ ਆ। ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਗਲਤ ਹੈ ਤਾਂ ਕੋਰਟ ਤੋਂ ਡਾਇਰੈਕਸ਼ਨ ਪਵਾ ਸਕਦੇ ਆ। ਸੋ ਸਭ ਦੇ ਕੋਲ ਹੱਕ ਆ। ਮੈਂ ਆਪਣੇ ਕੇਸ 'ਚ ਪਵਾਈ ਸੀਗੀ ਜੀ, ਜਦੋਂ ਮੇਰੇ ਨਾਲ ਗਲਤ ਹੋਇਆ, ਮੈਂ ਆਪਣੇ, ਚਾਹੇ ਮੇਰੇ ਤੇ ਤਾਂ ਹਨਾ SC ST ਐਕਟ ਲੱਗਿਆ, ਤਾਂ ਜਦੋਂ ਬਾਰ-ਬਾਰ ਉਹੀ ਚੀਜ਼, ਤਾਂ ਮੇਰੀ ਵੀ ਹਾਈ ਕੋਰਟ ਦੇ ਵਿੱਚ ਡਾਇਰੈਕਸ਼ਨ ਕਰਾਈ। ਗੱਲ ਇਹ ਹੈ ਕਿ ਸਾਨੂੰ ਲਾਅ ਪਤਾ ਹੋਣਾ ਚਾਹੀਦਾ ਜੀ। ਇਸ ਭਾਗ ਦੇ ਇੱਕ ਚੀਜ਼ ਹੋਰ ਜਿਹੜੀ ਹੈਗੀ ਆ ਇਸ ਐਕਟ ਦੇ ਵਿੱਚ ਹੈਗੀ ਆ ਕਿ ਬੰਦਾ ਬਾਹਰ ਬੈਠਾ ਆ ਜੀ, ਠੀਕ ਹੈ, ਜਿਵੇਂ ਦਾਊਦ ਉਹ ਬਾਹਰ ਆਇਆ, ਇੰਡੀਆ 'ਚ ਨਹੀਂਗਾ ਜੀ, ਪਰ ਉਹਨੂੰ ਇਸ ਚੀਜ਼ ਦੇ ਬੇਸ ਤੇ ਮਤਲਬ ਇਹੀ ਅਸਿਊਮ ਕੀਤਾ ਜਾਏਗਾ ਕਿ ਜਿਵੇਂ ਉਹ ਇੰਡੀਆ ਦੇ ਵਿੱਚ ਆ, ਜੇ ਕੋਈ ਇਹੋ ਜੀ ਮਤਲਬ ਇਹਦੇ ਅੰਡਰ ਆਉਂਦੀ ਐਕਟੀਵਿਟੀ ਹੁੰਦੀ ਆ ਤਾਂ ਜੀ। ਮੰਨ ਲਓ ਜਿਵੇਂ ਹੁਣ ਆਪਾਂ ਦਾਊਦ ਦੀ ਗੱਲ ਕੀਤੀ ਹੈ, ਦਾਊਦ ਜਿਹੜਾ ਹੈ ਵਿਦੇਸ਼ ਦੇ ਵਿੱਚ ਬੈਠਾ ਹੈ, ਜੇਕਰ ਉਹ ਕਿਸੇ ਤਰੀਕੇ ਨਾਲ ਭਾਰਤ ਆਉਂਦਾ ਹੈਗਾ ਆ ਤਾਂ ਉਹਨੂੰ 100% ਫੜਿਆ ਜਾਊਗਾ ਜੀ। ਜਾਨੀ ਕਿ ਫੜਿਆ ਪਤਾ ਨਹੀਂ ਕਿੱਥੇ ਜਾਣਾ ਨਾ ਤਾਂ ਜੀ। ਇਸ ਭਾਗ ਦੇ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਸਾਨੂੰ ਹਰੇਕ ਕਾਨੂੰਨ ਦੇ ਬਾਰੇ ਬੜੇ ਮਤਲਬ ਆਪਾਂ ਜੇ ਇਕੱਲੇ UAPA ਤੋਂ ਕੋਈ ਐਸਾ ਚ ਡਰਨ ਵਾਲੀ ਗੱਲ ਨਹੀਂ ਹੈਗੀ ਜੀ ਹਾਂਜੀ ਇਹ ਕਾਲਾ ਕਾਨੂੰਨ ਫਲਾਨਾ ਧਮਕਾ ਜੋ ਵੀ ਆਪਣੀ ਗੱਲਾਂ ਬੋਲਦੇ ਨੇ ਹਾਂ ਠੇਠ ਲੈਂਗੁਏਜ ਦੇ ਵਿੱਚ, ਪੰਜਾਬੀ ਦੇ ਵਿੱਚ ਬਹੁਤ ਸਾਰੇ ਹੋਰ ਵੀ ਕਾਨੂੰਨ ਹੈਗੇ ਨੇ ਜਿਨ੍ਹਾਂ ਦੀ ਦੁਰਵਰਤੋਂ ਹੁੰਦੀ ਹੈ। ਬਸ ਇੰਨਾ ਆ ਕਿ ਇਹ ਉਹ ਕਾਨੂੰਨ ਆ ਜਿਹਦੀ ਦੁਰਵਰਤੋਂ ਸਰਕਾਰਾਂ ਕਰਦੀਆਂ ਨੇ। ਜਿਹੜੇ ਲੋਕ ਥੋੜਾ ਜਿਹਾ ਅਪਫਰੰਟ ਹੋ ਕੇ ਬੋਲਦੇ ਆ, ਆਜ਼ਾਦ ਹੋ ਕੇ ਬੋਲਦੇ, ਪਰ ਹਰ ਚੀਜ਼ ਦਾ ਕਾਨੂੰਨੀ ਤੋੜ ਵੀ ਹੁੰਦਾ ਆ। ਸੁਪਰੀਮ ਕੋਰਟ ਨੇ ਦੇਖੋ ਕਿੰਨੇ ਬੰਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਰਿਹਾ ਕਰ ਦਿੱਤਾ, ਕਿੰਨੇ ਲੋਕ ਨੇ, 75% ਲੋਕ ਇਸ ਕੇਸ ਇਹਨਾਂ ਚੋਂ ਰਿਹਾ ਹੋ ਕੇ ਗਏ ਨੇ। ਸੋ ਸਾਨੂੰ ਇਸ ਚੀਜ਼ ਦੇ ਉੱਤੇ ਨਾ ਤਾਂ ਘਬਰਾਉਣ ਦੀ ਲੋੜ ਆ, ਨਾ ਡਰਨ ਦੀ ਲੋੜ ਆ। ਜਿਵੇਂ ਪਿੱਛੇ ਜੇ ਅੰਬ ਸਾਹਿਬ ਦੇ ਵਿੱਚ ਇੱਕ ਮੁੰਡੇ ਤੋਂ ਇਨਵੈਸਟੀਗੇਟਿੰਗ ਏਜੰਸੀ ਨੇ ਜਦੋਂ ਪੁੱਛ ਗਿੱਛ ਕੀਤੀ ਤਾਂ ਉਹਨਾਂ ਨੇ ਸੁਸਾਈਡ ਕਰ ਲਿਆ। ਬੜੀ ਮੰਦਭਾਗੀ ਘਟਨਾ ਸੀਗੀ। ਪਰ ਗੱਲ ਇਹ ਆ ਕਿ ਸਾਰੇ ਹੀ ਜਿਹੜੇ ਅਪਫਰੰਟ ਹੋ ਕੇ ਬੋਲਦੇ ਆ, ਚਾਹੇ ਉਹ ਮੈਂ ਹੋਵਾਂ ਚਾਹੇ ਕੋਈ ਹੋਰ ਹੋਵੇ, ਜਦੋਂ ਵੀ ਅਸੀਂ ਸੁਸਾਇਟੀ ਦੇ ਵਿੱਚ ਸਰਕਾਰਾਂ ਦੇ ਵਿਰੁੱਧ ਬੋਲਾਂਗੇ ਤਾਂ ਸਾਡੇ ਤੇ ਸਰਕਾਰਾਂ ਨਿਗਾਹ ਰੱਖਣਗੀਆਂ। ਸੋ NIA ਵੀ ਸਾਡੇ ਤੇ ਨਿਗਾਹ ਰੱਖੂਗੀ, ਸਾਡੇ ਫੋਨ ਵੀ ਟੈਪ ਹੋਣਗੇ, ਸਾਡੇ ਤੇ ਬੰਦੇ ਵੀ ਲਗਾਏ ਜਾਣਗੇ ਜੋ ਸਾਡੇ ਤੇ ਨਿਗਾਹ ਰੱਖਣਗੇ। ਪਰ ਇਹ ਅਸੀਂ ਦੇਖਣਾ ਹੈ ਕਿ ਜੇ ਅਸੀਂ ਸਹੀ ਆ, ਅਸੀਂ ਵਾਕਈ ਸੁਸਾਇਟੀ ਲਈ ਕੰਮ ਕਰ ਰਹੇ ਹਾਂ, ਸਾਡਾ ਕੋਈ ਵੀ ਉਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜਿਹੜੀ ਚੀਜ਼ ਦੇ ਨਾਲ ਮਤਲਬ ਉਹੀ ਹੈ ਨਾ ਇੰਟੈਗ੍ਰਿਟੀ ਤੇ ਸੋਵਰੇਨਿਟੀ ਨੂੰ ਫਰਕ ਪੈਂਦਾ। ਅਸੀਂ ਸਿਰਫ ਲੋਕਾਂ ਦੇ ਹੱਕ ਦੀ ਜੇ ਲੜਾਈ ਲੜਦੇ ਹਾਂ ਜਾਂ ਸੱਚ ਬੋਲਦੇ ਹਾਂ, ਸਾਨੂੰ ਲਿਟਰਲੀ ਡਰਨ ਦੀ ਲੋੜ ਨਹੀਂ ਹੈਗੀ। ਕਿਉਂਕਿ ਹਰੇਕ ਚੀਜ਼ ਦਾ ਹੱਲ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਕੋਲ ਹੈਗਾ ਆ। ਬਸ ਪ੍ਰੋਬਲਮ ਕਿੱਥੇ ਹੁੰਦੀ ਹੈ? ਜਦੋਂ ਲੜਾਈ ਹੀ ਬਹੁਤ ਵੱਡੇ ਲੈਵਲ ਤੇ ਸਰਕਾਰਾਂ ਦੇ ਨਾਲ ਹੁੰਦੀ ਆ। ਜਿਵੇਂ ਤੁਹਾਨੂੰ ਪਤਾ ਹੈ, ਜਿਵੇਂ ਆਪਾਂ ਮਤਲਬ ਕਹਿ ਦਈਏ ਕਿ ਜਦੋਂ ਮੋਦੀ ਦੇ ਖਿਲਾਫ ਕੋਈ ਸੈਂਟਰ ਗਵਰਨਮੈਂਟ ਦੇ ਵਿੱਚ ਕੋਈ ਵੱਡੇ ਮਤਲਬ ਲੈਵਲ ਤੇ ਉਹਨਾਂ ਦਾ ਪਰਦਾ ਪਾਸ਼ ਕਰਨ ਜਾਂਦਾ ਆ, ਤਾਂ ਹੁਣ ਸਾਡੀ ਥੋੜੀ ਜਿਹੀ ਜਿਹੜੇ ਪਿਛਲੇ 6 ਜਿਹੜੇ ਸਾਡੇ ਚੀਫ ਜਸਟਿਸ ਰਹੇ ਆ ਉਹਨਾਂ ਦਾ ਝੁਕਾਵ ਜਿਹੜਾ ਹੈਗਾ ਮੋਦੀ ਗਵਰਨਮੈਂਟ ਦੇ ਵੱਲ ਨੂੰ ਰਿਹਾ। ਉੱਥੇ ਕੁ ਥੋੜਾ ਜਿਹਾ ਹੈਗਾ ਆ, ਜਿਹੜੀ ਜੁਡੀਸ਼ਰੀ ਇੰਡੀਪੈਂਡੈਂਟ ਨਹੀਂ ਰਹਿੰਦੀ। ਪਰ ਜਦੋਂ ਪ੍ਰਸ਼ਾਸਨ ਮਿਸਯੂਜ਼ ਕਰਕੇ ਆਮ ਲੋਕਾਂ ਦੇ ਉੱਤੇ, ਜਿਹੜੇ ਆਮ ਮੁੰਡੇ ਨੇ, ਨੌਜਵਾਨ, ਬੇਸਿਕਲੀ ਨੌਜਵਾਨਾਂ ਤੇ ਲੱਗ ਰਿਹਾ ਇਹੋ ਜਿਹੇ ਕਾਨੂੰਨ ਦੀ ਵਰਤੋਂ ਹੁੰਦੀ ਆ, ਤਾਂ ਜੇ ਉਹ ਸੱਚੇ ਨੇ ਤਾਂ 100% ਉਹਨਾਂ ਦੇ ਬਚਾਅ ਦੇ ਰਾਹ ਵੀ ਹੈਗੇ ਨੇ। ਸੋ ਘਬਰਾਉਣ ਦੀ ਲੋੜ ਨਹੀਂਗੀ। ਥੋੜਾ ਪੜ੍ਹੋ ਲਿਖੋ, ਬਿਨਾਂ ਪੜ੍ਹੇ ਲਿਖੇ ਸਾਨੂੰ ਨਹੀਂ ਚੀਜ਼ਾਂ ਸਮਝ ਆਉਣੀਆਂ। ਅਸੀਂ ਇਧਰੋਂ ਗੱਲਾਂ ਜਦ ਤੱਕ ਮੈਂ ਵੀ ਸੁਣਦੀ ਰਹੀ ਹਾਂ, ਮੈਨੂੰ ਵੀ ਲੱਗਦਾ ਸੀ ਕਿ ਆ ਬਿਲਕੁਲ ਹੀ ਕਾਲਾ ਕਾਨੂੰਨ ਆ। ਪਰ ਜਦੋਂ ਮੈਂ ਇਸ ਚੀਜ਼ ਨੂੰ ਪੜ੍ਹਿਆ, ਇਹਦੇ ਵਿੱਚ ਗਲਤ ਚੀਜ਼ਾਂ ਬਹੁਤ ਹੈਗੀਆਂ। ਹਰੇਕ ਕਾਨੂੰਨ 'ਚ ਕੁਝ ਗਲਤ ਹੁੰਦੀਆਂ, ਕੁਝ ਚੰਗੀਆਂ ਹੁੰਦੀਆਂ, ਪਰ ਅਸਲ ਦੇ ਵਿੱਚ ਤਾਂ ਇਹ ਦੇਖਿਆ ਜਾਵੇ ਤਾਂ ਆਮ ਲੋਕਾਂ ਦੀ ਸ਼ਾਇਦ ਸੇਫਟੀ ਦੇ ਪਰਪਸ ਨੂੰ ਲੈ ਕੇ ਹੀ ਬਣਾਇਆ ਗਿਆ ਸੀਗਾ।
ਠੀਕ ਆ, ਪਰ ਠੀਕ ਆ ਪ੍ਰਸ਼ਾਸਨ ਨੇ ਇਹਦੀ ਦੁਰਵਰਤੋਂ ਕੀਤੀ ਹੈ ਤਾਂ ਉਸ ਚੀਜ਼ ਦੇ ਵਿਰੁੱਧ ਅਸੀਂ ਬੜੇ ਅੱਛੇ ਤਰੀਕੇ ਨਾਲ ਲੜ ਸਕਦੇ ਹਾਂ। ਸੋ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਪਣੀ ਬੜਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਨੇ ਸਾਨੂੰ UAPA ਐਕਟ ਬਾਰੇ ਦੱਸਿਆ ਹੈ। ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ UAPA ਬਾਰੇ ਕੁਝ ਕੁ ਗੱਲਾਂ ਕੀਤੀਆਂ ਨੇ। ਅਗਲੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਇਸ ਕਾਨੂੰਨ ਦੀਆਂ ਹੋਰ ਕੁਝ ਗਹਿਰਾਈਆਂ ਬਾਰੇ ਦੱਸਾਂਗੇ। ਉਦੋਂ ਤੱਕ ਲਈ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ।